ਮਲੂਕ ਚੰਦ ਜਾੜਲਾ ਰਵਿਦਾਸੀਆ ਸਮਾਜ ਦੀ ਇੱਕ ਐਸੀ ਮਹਾਨ ਹਸਤੀ ਜਿਨ੍ਹਾਂ ਨੇ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਪਣੀ ਸ਼ਾਇਰੀ ਰਾਹੀਂ ਆਪਣੇ ਨਾਟਕਾਂ ਰਾਹੀਂ ਦਰਸ਼ਨ ਕਰਵਾਏ ਜਾਂ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਗਏ। ਜਦੋਂ ਪੰਜਾਬ ਦੇ ਲੋਕ ਸਤਿਗੁਰੂ ਰਵਿਦਾਸ ਮਹਾਰਾਜ ਦੀ ਵਿਚਾਰਧਾਰਾ ਤੋਂ ਭਿੱਜ ਸੀ ਜਾਂ ਉਹ ਖਤਰਨਾਕ ਦੌਰ, ਉਹ ਖਾੜਕੂਬਾਦ ਦਾ ਦੌਰ, ਜਿਨ੍ਹਾਂ ਦਿਨਾਂ ਵਿੱਚ ਲੋਕ ਅੰਦਰੋਂ ਬਾਹਰ ਨਹੀਂ ਸੀ ਨਿਕਲਦੇ, ਸਿਖਰ ਦੁਪਹਿਰੇ ਲੋਕ ਕੁੰਡੀਆਂ ਲਾ ਕੇ ਦਰਵਾਜ਼ੇ ਲਾ ਕੇ ਅੰਦਰ ਸੌਂ ਜਾਂਦੇ ਸੀ, ਤਾਂ ਉਹਨਾਂ ਦਿਨਾਂ ਵਿੱਚ ਮਲੂਕ ਚੰਦ ਜਾੜਲਾ ਆਪਣੀ ਮੰਡਲੀ ਦੇ ਨਾਲ ਲੋਕਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਬੋਲਾਂ ਦੇ ਨਾਲ ਨਿਹਾਲ ਕਰਨ ਲਈ ਰਾਤਾਂ ਨੂੰ ਪਿੰਡਾਂ ਵਿੱਚ ਨਿਕਲਦੇ ਸਨ। ਅਤੇ ਸੰਤ ਮਲੂਕ ਚੰਦ ਜਾੜਲਾ ਜੀ ਪੰਜਾਬ ਦੇ ਉਹਨਾਂ ਮੋਢੀ ਕਲਾਕਾਰਾਂ 'ਚੋਂ, ਉਹਨਾਂ ਮੋਢੀ ਨਾਟਕਕਾਰਾਂ 'ਚੋਂ ਹਨ ਜਿਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ, ਉਹਨਾਂ ਦੇ ਕੀਤੇ ਹੋਏ ਸਮਾਜ ਦੇ ਸਿਰ ਪਰਉਪਕਾਰਾਂ ਨੂੰ ਲੋਕਾਂ ਵਿੱਚ ਲੈ ਕੇ ਗਏ। ਜਦੋਂ ਬਜ਼ੁਰਗ ਦੱਸਦੇ ਆ ਕਿ ਜਦੋਂ ਸੰਤ ਰਵਿਦਾਸ ਮਹਾਰਾਜ ਦਾ ਪੰਜਾਬ ਵਿੱਚ ਕਿਤੇ ਮਲੂਕ ਚੰਦ ਜਾੜਲਾ ਜੀ ਦੀ ਮੰਡਲੀ ਜਦੋਂ ਕਿਸੇ ਵੀ ਪਿੰਡ ਵਿੱਚ ਨਾਟਕ ਕਰਨ ਲਈ ਜਾਂਦੇ ਸੀ, ਤਾਂ ਉਸ ਪਿੰਡ ਦੇ ਰਿਸ਼ਤੇਦਾਰ 4-4 ਦਿਨ ਪਹਿਲਾਂ ਹੀ ਆ ਕੇ ਉਸ ਪਿੰਡ ਵਿੱਚ ਬਹਿ ਜਾਂਦੇ ਸੀ ਤਾਂ ਕਿ ਮਲੂਕ ਚੰਦ ਜਾੜਲਾ ਜੀ ਦਾ ਖੇਡਿਆ ਗਿਆ ਨਾਟਕ ਜ਼ਰੂਰ ਦੇਖਿਆ ਜਾਵੇ। ਅਤੇ ਲੋਕ ਇੱਥੋਂ ਤੱਕ ਵੀ ਦੱਸਦੇ ਆ ਕਿ ਪਿੰਡ ਦੇ ਲੋਕ ਅੱਧੀਆਂ ਰਾਤਾਂ ਤੱਕ, ਦਿਨ ਚੜ੍ਹਦੇ ਤੱਕ ਬਨੇਰੇ ਮਲ ਕੇ ਬੈਠੇ ਰਹਿੰਦੇ ਸੀ। 1997 'ਚ ਮਲੂਕ ਚੰਦ ਜਾੜਲਾ ਜੀ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਵਿਰਾਸਤ ਜੋ ਪਿੱਛੇ ਛੱਡ ਗਏ ਆ, ਸਾਡੇ ਨਾਲ ਉਹਨਾਂ ਦੇ ਬ੍ਰਦਰ, ਇੱਕੋ ਇੱਕ ਬ੍ਰਦਰ ਜੋ ਜੀਵਤ ਨੇ ਮੇਰੇ ਨਾਲ, ਹੁਕਮ ਚੰਦ ਜੀ ਅਤੇ ਰਵੀ ਭਾਟੀਆ ਜੀ ਅਤੇ ਪ੍ਰੇਮਪਾਲ ਭਾਟੀਆ ਜੀ, ਜੋ ਧਨ ਚੰਦ ਕਵੀ ਸਨ, ਉਹਨਾਂ ਦੇ ਨਾਲ ਉਹਨਾਂ ਦੀ ਵਿਰਾਸਤ ਨੇ। ਤਾਂ ਮੈਂ ਤੁਹਾਨੂੰ ਸਾਰਿਆਂ ਦੇ ਨਾਲ ਤੁਰਫ ਕਰਾਉਣ ਤੋਂ ਪਹਿਲਾਂ ਮੈਂ ਮਲੂਕ ਚੰਦ ਜਾੜਲਾ ਜੋ ਮੰਚ ਆ, ਉਹਨਾਂ ਨੂੰ ਦਰਖਾਸਤ ਕਰਦਾ ਕਿ ਉਹ ਇੱਕ ਮਲੂਕ ਚੰਦ ਜਾੜਲਾ ਜੀ ਦਾ ਭਜਨ ਸਾਡੇ ਦਰਸ਼ਕਾਂ ਦੇ ਰੂਬਰੂ ਕਰਾਉਣ। ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ, ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ। ਹਿੱਲ ਚੱਲੇ ਲੋਕ ਹੁਣ ਧਰਮ ਈਮਾਨ ਤੇ, ਹਿੱਲ ਚੱਲੇ ਲੋਕ ਹੁਣ ਧਰਮ ਈਮਾਨ ਤੇ, ਬੰਨ ਲਿਆ ਲੱਕ ਇਹਨਾਂ ਝੂਠੇ ਔਰ ਤੂਫਾਨ ਤੇ, ਬੰਨ ਲਿਆ ਲੱਕ ਉਹਨਾਂ ਝੂਠੇ ਔਰ ਤੂਫਾਨ ਤੇ। ਜਿਹੜਾ ਪੁੱਲਿਆਂ ਨੂੰ ਰਸਤੇ ਪਾਵੇ, ਸੰਗਤਾਂ ਉਡੀਕਦੀਆਂ, ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ। ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ। ਇਹ ਭਾਰਤ ਮਾਤਾ ਹੁਣ ਦੁਖੀ ਹੋ ਪੁਕਾਰਦੀ, ਭਾਰਤ ਮਾਤਾ ਹੁਣ ਦੁਖੀ ਹੋ ਪੁਕਾਰਦੀ। ਮਹਾਰਾਜ ਲੋੜ ਸਾਨੂੰ ਪੈ ਗਈ ਅਵਤਾਰ ਦੀ, ਮਹਾਰਾਜ ਲੋੜ ਸਾਨੂੰ ਪੈ ਗਈ ਅਵਤਾਰ ਦੀ। ਇਥੋਂ ਪਾਰ ਚੱਲਿਆ ਨਾ ਜਾਵੇ, ਸੰਗਤਾਂ ਉਡੀਕਦੀਆਂ, ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ। ਕਦੋਂ ਪੱਥਰੀ ਤਰਾਉਣੇ ਵਾਲਾ ਆਵੇ, ਸੰਗਤਾਂ ਉਡੀਕਦੀਆਂ। ਇਹ ਪਾਗਲ ਮਲੂਕ ਚੰਦ ਹੋ ਗਿਆ ਉਦਾਸ ਜੀ, ਪਾਗਲ ਮਲੂਕ ਚੰਦ ਹੋ ਗਿਆ ਉਦਾਸ ਜੀ। ਦਰਸ਼ਨ ਦੇਵੋ ਆ ਕੇ ਗੁਰੂ ਰਵਿਦਾਸ ਜੀ, ਦਰਸ਼ਨ ਦੇਵੋ ਆ ਕੇ ਗੁਰੂ ਰਵਿਦਾਸ ਜੀ।
ਤੈਨੂੰ ਤਨ ਚੰਦ ਰੋਜ਼ ਤੇ ਆਵੇ ਸੰਗਤਾਂ ਉਡੀਕਦੀਆਂ ਕਦੋਂ ਪੱਥਰੀ ਤਰਾਉਣੇ ਵਾਲਾ ਆਵੇ ਸੰਗਤਾਂ ਦੀ ਕਦੀਆਂ ਕਦੋਂ ਪੱਥਰੀ ਤਰਾਉਣੇ ਵਾਲਾ ਆਵੇ ਸੰਗਤਾਂ ਉਡੀਕਦੀਆਂ। ਮੇਰੇ ਨਾਲ ਮਲੂਕ ਚੰਦ ਜਾੜਲਾ ਜੀ ਦੇ ਬ੍ਰਦਰ ਹੁਕਮ ਚੰਦ ਜੀ ਜੁੜੇ ਆ ਅਤੇ ਮੈਂ ਉਹਨਾਂ ਦੇ ਸਾਰੇ ਪਰਿਵਾਰ ਦੀ ਹਿਸਟਰੀ, ਮਲੂਕ ਚੰਦ ਜੀ ਕਿੱਸੇ ਲਿਖਦੇ ਰਹੇ ਆ, ਨਾਟਕ ਕਰਦੇ ਰਹੇ ਆ, ਅਤੇ ਇਸ ਪਰਿਵਾਰ ਦਾ ਹੋਰ ਕੀ ਕੀ ਯੋਗਦਾਨ ਰਿਹਾ, ਕਿੰਨੇ ਭਾਈ ਸੀ, ਸਾਰੇ ਭਾਈ ਕੀ ਰੋਲ ਨਿਭਾਉਂਦੇ ਰਹੇ ਆ। ਹੁਕਮ ਚੰਦ, ਸਭ ਤੋਂ ਪਹਿਲਾਂ ਇਹ ਦੱਸੋ ਵੀ ਮਲੂਕ ਚੰਦ ਜਾੜਲਾ ਮਲੂਕ ਚੰਦ ਕਰਕੇ ਮਸ਼ਹੂਰ ਹੈ ਪੂਰੀ ਦੁਨੀਆ ਵਿੱਚ। ਹਾਂਜੀ, ਕਿਹੋ ਜਿਹਾ ਮਹਿਸੂਸ ਕਰਦੇ ਹੋ? ਅਸੀਂ ਤਾਂ ਜੀ ਬੜਾ ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਇਹ ਹੈ ਤਾਂ ਉਸ ਮਾਲਕ ਦੀ ਕਿਰਪਾ ਨਾਲ ਇਹ ਸਭ ਕੁਝ, ਪਰ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਨਾਂ ਆਪਣਾ ਬਣਾਇਆ, ਉਹਦੇ ਨਾਲ ਸਾਡੇ ਪਿੰਡ ਨੂੰ ਵੀ ਬਹੁਤ ਮਾਣ ਮਿਲਿਆ ਇਸ ਗੱਲ ਦਾ, ਅਤੇ ਮੈਂ ਤਾਂ ਬੜਾ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰਦਾ ਵੀ ਜੇ ਉਹਨਾਂ ਨੇ ਇੰਨਾ ਸਾਰੇ ਪੰਜਾਬ ਦੇ ਵਿੱਚ, ਮੇਰੇ ਖਿਆਲ 'ਚ ਕੋਈ ਪਿੰਡ ਦਾ ਪੰਜਾਬ ਦਾ ਪਿੰਡ ਇੱਦਾਂ ਦਾ ਨਹੀਂ ਹੋਣਾ ਜਿੱਥੇ ਉਹਨਾਂ ਨੇ ਆਪਣੀ ਗੁਰੂ ਰਵਿਦਾਸ ਮਹਾਰਾਜ ਦੀ ਲੀਲਾ ਦੁਆਰਾ ਲੋਕਾਂ ਨੂੰ ਜਾਗਰਿਤ ਨਾ ਕੀਤਾ ਹੋਵੇ। ਬਹੁਤ ਵਧੀਆ ਉਹਨਾਂ ਨੇ ਆਪਣਾ, ਉਹਨਾਂ ਦਾ ਪ੍ਰੋਫੈਸ਼ਨ ਤਾਂ ਕੀਤਾ ਤਾਂ ਹੈਗਾ ਸੀ, ਲੇਕਿਨ ਰੋਲ ਵਧੀਆ ਉਹਨਾਂ ਨੇ ਬਹੁਤ ਲੋਕਾਂ ਨੂੰ ਜਾਗਰਿਤੀ ਦਿੱਤੀ ਹੈ ਆਪਣੇ। ਇਹ ਦੱਸੋ ਕਿ ਤੁਸੀਂ ਕਿੰਨੇ ਭਾਈ ਸੀ ਸਾਰੇ ਜਿਹੜੇ? ਅਸੀਂ 5 ਭਰਾ ਸੀ ਜੀ। ਉਹਨਾਂ ਸਾਰਿਆਂ ਦੇ ਨਾਮ? ਜਿਹੜੇ ਵੱਡੇ ਸੀ, ਸਭ ਤੋਂ ਵੱਡੇ ਸੀ ਉਹ ਰਾਮਲੋਕ ਸੀ, ਅਤੇ ਉਹ ਜੋਤਿਸ਼ ਦੇਵੀ ਜਾਣੂ ਸਨ। ਉਹਨਾਂ ਤੋਂ ਛੋਟੇ ਹੈਗੇ ਸੀ ਫਿਰ ਧੰਨ ਚੰਦ ਜੀ, ਇਹ ਕਵੀ ਸੀ, ਸ਼ਾਇਰ ਸੀ, ਅਤੇ ਇਹਨਾਂ ਨੇ ਕਾਫੀ ਭਜਨ ਵੀ ਕੀਤਾ। ਫਿਰ ਇਹਨਾਂ ਨੇ ਮਿਹਨਤ ਕਾਫੀ, ਬੂਟ ਵੀ ਜਾਣਦੇ ਸੀ ਬਣਾਉਣ, ਅਤੇ ਫਿਰ ਇਹਨਾਂ ਨੇ ਡਰਾਮੇ ਰਾਹੀਂ ਫਿਰ ਇਹਨਾਂ ਨੇ ਵੀ ਨਾਲ ਪਾਰਟ ਬੜੇ ਵਧੀਆ ਪਲੇ ਕੀਤੇ, ਅਤੇ ਉਹਨਾਂ ਤੋਂ ਫਿਰ ਛੋਟੇ ਧੰਨ ਚੰਦ ਸੀ। ਇਹ ਕਦੋਂ ਮਨ 'ਚ ਆਇਆ ਮਲੂਕ ਚੰਦ ਜੀ ਦੇ ਕਿ ਇੱਕ ਮੰਡਲੀ ਤਿਆਰ ਕੀਤੀ ਜਾਵੇ ਸਤਿਗੁਰੂ ਰਵਿਦਾਸ ਮਹਾਰਾਜ ਦਾ, ਜਾਂ ਹੋਰ ਜਿਹੜੇ ਪੰਜਾਬ ਦੇ ਮਹਾਨ ਸਾਡੇ ਸੂਫੀ ਸੰਤ ਹੋਏ ਨੇ, ਜਾਂ ਉਹਨਾਂ ਬਾਰੇ ਲੋਕਾਂ ਨੂੰ ਜਾਗਰਤ ਕੀਤਾ ਜਾਵੇ? ਇਹ ਕਦੋਂ ਮਨ 'ਚ ਆਇਆ? ਇਹ ਅਸਲ ਵਿੱਚ ਨਾ ਜਦੋਂ ਇਹ 1900 ਕੋ ਤਕਰੀਬਨ 55 ਦੀ ਗੱਲ ਹੈ, ਇਹਦੇ ਇੱਕ ਕਲੱਬ ਬਣੀ ਸੀ ਚੱਬੇਵਾਲ ਗੁਰੂ ਰਵਿਦਾਸ ਮਹਾਰਾਜ ਦੀ। ਉਹ ਥੋੜ੍ਹਾ ਚਿਰ ਚੱਲੀ, ਉਹ ਬਹੁਤਾ ਚਿਰ ਨਹੀਂ ਚੱਲੀ। ਫਿਰ ਇਹਨਾਂ ਨੇ ਕਲੱਬ ਬਣਾਈ ਇੱਥੇ ਜਾੜਲੇ ਦੀ, ਉਹ ਸਿਰਫ ਜਾੜਲੇ ਦੀ ਸੀ, ਹੁਣ ਤਾਂ ਨਾਲ ਸਿੰਬਲ ਮਜਾਰੀਏ ਵੀ ਸੀ। ਅਤੇ ਇਹਨਾਂ ਦੀ ਕਲੱਬ ਜਿਹੜੀ ਬਣੀ ਸੀ, ਉਹਦੇ ਵਿੱਚ ਫਿਰ ਪਾਤਰ ਜਿਹੜੇ ਸੀ ਸਾਡੇ ਸਾਰੇ ਟੋਟਲੀ ਜਾੜਲੇ ਦੇ ਸੀ। ਉਹ ਫਿਰ ਕੁਦਰਤੀ ਤੌਰ 'ਤੇ ਉਹਨਾਂ ਨੂੰ ਕਿਤੇ ਜੋਬ ਮਿਲ ਗਈ, ਕੋਈ ਬਾਹਰ ਚਲੇ ਗਿਆ, ਉਹ ਕਲੱਬ ਬਹੁਤਾ ਚਿਰ ਨਹੀਂ ਫਿਰ ਰਹੀ ਨਾ ਬਹੁਤਾ ਚਿਰ। ਫਿਰ ਸਿੰਬਲ ਮਜਾਰੀਏ ਇਹਨਾਂ ਨੂੰ ਪਤਾ ਲੱਗਾ, ਇਹਨੇ ਫਿਰ ਮਲੂਕ ਚੰਦ ਉਹਨਾਂ ਦਾ ਆਸਰਾ ਲਿਆ, ਔਰ ਆਸਰਾ ਲੈ ਕੇ ਫਿਰ ਮਲੂਕ ਚੰਦ ਉਹਨਾਂ ਨੇ ਫਿਰ ਉਹਨਾਂ ਨੂੰ ਦੱਸਿਆ ਵੀ ਭਾਈ ਜੇ ਤੁਸੀਂ ਤਿਆਰ ਹੈ ਤਾਂ ਫਿਰ ਪਾਠ ਦੱਸੇ ਉਹਨਾਂ ਨੂੰ ਸਾਰੇ, ਜਿਹੜੇ ਲੀਲਾ ਦੇ ਗੁਰੂ ਰਵਿਦਾਸ ਦੇ ਪਾਠ ਸੀ, ਹੋਰ ਪੰਡਤਾਂ ਦੇ ਪਾਠ, ਉਹ ਸਾਰੇ ਫਿਰ ਉਹਨਾਂ ਨੂੰ, ਇਹ ਫਿਰ ਉੱਥੇ ਸ਼ੁਰੂਆਤ ਹੋਈ ਹੈ ਕੁਝ ਤਕਰੀਬਨ 55 ਦੀ ਗੱਲ ਹੈ। ਇਹ ਸਤਿਗੁਰੂ ਰਵਿਦਾਸ ਮਹਾਰਾਜ ਦਾ ਡਰਾਮਾ ਕਰਨ ਵਿੱਚ ਕਿੱਦਾਂ ਜੁਰਤ ਕੀਤੀ, ਜਾਂ ਕਿੱਦਾਂ ਸੋਚਿਆ, ਕਿੱਦਾਂ ਤੁਸੀਂ ਕਲਪਨਾ ਕੀਤੀ? ਕਿਉਂਕਿ ਉਹਨਾਂ ਦਿਨਾਂ ਵਿੱਚ ਤਾਂ ਲੋਕ ਸਤਿਗੁਰੂ ਰਵਿਦਾਸ ਮਹਾਰਾਜ ਬਾਰੇ ਜਾਂ ਤਾਂ ਜਾਣਦੇ ਨਹੀਂ ਸੀ, ਜਾਂ ਫਿਰ ਲੋਕ ਨਾਂ ਲੈਣ ਨੂੰ ਤਿਆਰ ਹੀ ਨਹੀਂ ਸੀ। ਇਹ ਅਸਲ ਵਿੱਚ ਜਦੋਂ ਇਹ ਮਲੂਕ ਚੰਦ ਹੋਈ ਇਸ ਪਾਸੇ ਨੂੰ ਚੱਲੇ ਆ, ਇੱਕ ਬਹੁਤ ਵੱਡੀ ਦੇਣ ਸਾਨੂੰ ਇਹ ਸੀ ਵੀ ਸਾਡੇ ਪਿਤਾ ਜੀ ਇਹੀ ਕੰਮ ਕਰਦੇ ਸੀ, ਭਜਨ ਦਾ। ਉਹ ਇਤਿਹਾਸ ਨੂੰ ਬੜਾ ਉਹਨੇ ਵੀ ਫਰੋਲਿਆ ਸੀ, ਬਹੁਤ ਚੰਗੀ ਤਰ੍ਹਾਂ ਜਾਣੂ ਸੀ। ਫਿਰ ਇਹ ਹੌਲੀ ਹੌਲੀ ਤੁਹਾਨੂੰ ਦੱਸਿਆ ਵੀ ਚੱਬੇ ਵਾਲੀ ਇੱਕ ਹੈਗੀ ਸੀ ਕਲੱਬ, ਉਹ ਟੁੱਟ ਗਈ, ਉਹ ਰਹੀ ਨਾ ਬਹੁਤ ਚਿਰ। ਫਿਰ ਇਹਨਾਂ ਨੇ ਆਪ ਖੋਜਾਂ ਕੀਤੀਆਂ, ਖੋਜਾਂ ਕਰਕੇ ਫਿਰ ਮਲੂਕ ਚੰਦ ਉਹਨਾਂ ਨੇ ਡਰਾਮੇ ਵਿੱਚ ਸਾਡੇ ਧੰਨ ਚੰਦ ਜੀ, ਵੱਡੇ ਭਾਈ ਸਾਹਿਬ ਮਲੂਕ ਚੰਦ ਤੋਂ ਸੀ, ਇਹ ਸਾਡੇ ਸਵਰਨ ਚੰਦ ਜੀ ਤਾਲਬ ਸੀ, ਇਹਨਾਂ ਦਾ ਖਵਾਲਸ ਰਵੀ ਉਹਨਾਂ ਦੇ ਬਾਬਾ ਜੀ। ਇਹਨਾਂ ਨੇ ਫਿਰ ਇਹ ਭਜਨ ਵੀ ਲਿਖਦੇ ਸੀ, ਇਹ ਇਤਿਹਾਸ ਨੂੰ ਫਰੋਲ ਕੇ ਇਹਨਾਂ ਨੇ ਫਿਰ ਡਰਾਮਾ ਗੁਰੂ ਰਵਿਦਾਸ ਮਹਾਰਾਜ ਦਾ ਲਿਖ ਕੇ ਫਿਰ ਇਹ ਲੋਕਾਂ ਦੇ ਵਿੱਚ ਆਏ ਗਏ। ਲੋਕਾਂ 'ਚ ਫਿਰ ਇਹਨਾਂ ਨੇ ਕਾਫੀ ਜਾਗਰਤੀ ਲੋਕਾਂ 'ਚ ਲਿਆਂਦੀ, ਗੁਰੂ ਰਵਿਦਾਸ ਪ੍ਰਥਾਏ, ਗੁਰੂ ਰਵਿਦਾਸ ਦੇ ਸੰਬੰਧ ਵਿੱਚ ਬਹੁਤ ਲੋਕਾਂ ਨੂੰ ਜਾਗਰਤ ਕੀਤਾ। ਤਾਂ ਇੱਦਾਂ ਇਹਨਾਂ ਨੂੰ ਫਿਰ ਡਰਾਮੇ, ਇਹਨਾਂ ਨੂੰ ਇੱਦਾਂ ਦਾ ਫਿਰ ਹੋਇਆ ਵੀ ਡਰਾਮੇ ਫਿਰ ਸ਼ੁਰੂ ਕਰ ਲਏ ਇਹਨਾਂ ਨੇ। ਡਰਾਮੇ ਫਿਰ ਜਦ ਲੋਕਾਂ ਨੂੰ ਲੱਗਣ ਲੱਗੀ, ਜਦ ਇਹਨਾਂ ਨੇ ਫਿਰ ਡਰਾਮੇ ਸ਼ੁਰੂ ਕੀਤੇ, ਇਹਨਾਂ ਦੀਆਂ ਕਈ ਇੱਦਾਂ ਦੀਆਂ ਹੈਗੀਆਂ ਸੀ ਦੇਖਣ ਨੂੰ ਸੀਨਰੀਆਂ
ਜਿੱਦਾਂ ਗੁਰੂ ਰਵਿਦਾਸ ਮਹਾਰਾਜ ਨੇ ਕੰਧਾ ਚੀਰ ਕੇ ਖੂਨ ਦੀ ਧਾਰ ਬਹਾਈ ਆ, ਉਹ ਮਤਲਬ ਜਿਹੜੀ ਇੱਦਾਂ ਦੀਆਂ ਇਤਿਹਾਸ ਸੀ, ਲੋਕ ਸਾਡੇ ਜਿਹੜੇ ਲੋਕ ਸੀ ਬਹੁਤ ਦੇਖਦੇ ਹੁੰਦੇ ਸੀ। ਪੱਥਰੀ ਤਰਦੀ ਦੇਖਣੀ, ਲੋਕਾਂ ਦੀ ਲਗਨ ਇੱਦਾਂ ਦੀ ਜੁੜੀ, ਔਰ ਖਾਸ ਕਰਕੇ ਗੁਰੂ ਰਵਿਦਾਸ ਦੇ ਸਾਰੇ ਭਜਨ ਗਾਣੇ ਤਾਂ ਲੋਕਾਂ 'ਚ ਇੰਨੀ ਜਗ੍ਹਾ 'ਤੇ ਆਈ। ਫਿਰ ਉਹ ਇਹਨਾਂ ਨੂੰ ਤਾਂ ਟਾਈਮ ਹੀ ਨਹੀਂ ਸੀ ਲੱਗਦਾ ਵੀ ਅਸੀਂ ਕੋਈ ਵਿਹਲਾ ਦਿਨ ਰੱਖ ਲਈਏ। ਫਿਰ ਇਹ ਲਗਾਤਾਰ ਇਹ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਦਾ ਕੰਮ ਚੱਲਦਾ ਰਿਹਾ। ਮਲੂਕ ਚੰਦ ਜਾੜਲਾ ਜੀ ਕਿ ਬਹੁਤ ਉੱਚ ਕੋਟੀ ਦੇ ਸ਼ਾਇਰ ਸੀ, ਹਾਂਜੀ ਹਾਂ। ਪਰ ਉਹਨਾਂ ਦੀ ਯੋਗਤਾ ਕੀ ਸੀ? ਯੋਗਤਾ ਦੇ ਬਾਰੇ ਤਾਂ ਮੈਂ ਇਹ ਗੱਲ ਕਹਿੰਦਾ, ਇਹ ਪਰਮਾਤਮਾ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ ਸੀ। ਯੋਗਤਾ ਉਹਨਾਂ ਦੀ ਬਹੁਤੀ ਹੈ ਨਾ, ਯੋਗਤਾ ਹੈ ਹੀ ਨਾ ਸੀ। ਘਰ ਦੇ ਵਿੱਚ ਇਹ ਸਾਰੀ ਉਹਨਾਂ ਨੇ ਇਹ ਪੜ੍ਹਾਈ ਦਾ ਜਿਹੜਾ ਕੰਮ ਪੰਜਾਬੀ ਸਿੱਖੀ ਆ, ਪੜ੍ਹਾਈ ਦੇ ਵਿੱਚ ਇਹ ਸਿੱਖੀ ਆ। ਕਿੰਨੇ ਕੁ ਪੈਸੇ ਲੈਂਦੇ ਸੀ ਉਸ ਵੇਲੇ ਉਹਨਾਂ ਦਿਨਾਂ ਵਿੱਚ ਇੱਕ ਪ੍ਰੋਗਰਾਮ ਕਰਨ ਦੇ? ਇੱਕ ਪ੍ਰੋਗਰਾਮ ਕਰਨ ਦੇ ਇਹ ਮਨਸਰ ਕਰਦੀ ਸੀ ਗੱਲ ਇੱਦਾਂ ਵੀ ਇਹਨਾਂ ਨੇ ਪਹਿਲਾਂ ਸਾਈ ਜਿਹੜੀ ਉਹ ਫੜ ਲੈਣੀ, ਗੱਲ ਸੈਟਲ ਕਰ ਲੈਣੀ ਵੀ ਜੀ 2000 3000 ਇੱਦਾਂ। ਮਤਲਬ ਪਹਿਲਾਂ ਬਹੁਤ ਪੈਸੇ ਘੱਟ ਹੁੰਦੇ ਸੀ, ਉਸ ਵੇਲੇ ਪੈਸੇ ਦੀ ਵੈਲਿਊ ਕਾਫੀ ਸੀ। ਅਤੇ 1500-1600 ਦੇ ਵਿੱਚ ਵੀ ਜਿੱਦਾਂ ਹੋਣਾ, ਸ਼ਰਧਾ ਲੋਕਾਂ ਦੀ ਹੋਣੀ। ਕਿਸੇ ਨੇ ਕਹਿਣਾ ਜੀ ਤੁਸੀਂ ਸਾਡੇ ਲਈ ਦਿਨ ਦੇ ਦਿਓ ਸਾਨੂੰ, ਤੁਹਾਡੇ ਕੋਲ 2 ਜਿਹੜੀਆਂ ਹੈਗੀਆਂ ਰੈਸਟਾਂ ਰੱਖੀਆਂ, ਇਹਦੇ ਵਿੱਚ ਇੱਕ ਰੈਸਟ ਸਾਨੂੰ ਦੇ ਦਿਓ, ਭਾਵੇਂ 7 ਰੁਪਈਆ 3-4 ਹਜ਼ਾਰ ਲਓ, ਦੁੱਗਣੀ ਵੀ ਦੇਣ ਨੂੰ ਤਿਆਰ ਹੁੰਦੇ ਸੀ। ਅਤੇ ਇੱਦਾਂ ਫਿਰ ਇਹ ਬਸ ਇਹਨਾਂ ਨੇ ਜਿਹੜੀਆਂ ਰੈਸਟਾਂ ਕਿਸੇ ਇਹ ਨਹੀਂ ਵੀ ਲੈ ਵੀ ਪੈਸੇ ਦੇ ਲਾਲਚ ਨੂੰ ਉਹ ਲੈ ਲੈਣਾ ਪ੍ਰੋਗਰਾਮ, ਇੱਦਾਂ ਨਾ ਸੀ ਕਰਦੇ। ਬਸ ਜਿਹੜੀਆਂ ਰੈਸਟਾਂ ਸੀ ਅਤੇ ਜੇ ਲੋਕ ਵੈਸੇ ਇਹਨਾਂ ਦਾ ਟਾਈਮ ਨਹੀਂ ਸੀ ਲੱਗਦਾ, ਲੋਕ ਬਹੁਤ ਸ਼ਰਧਾਲੂ ਬਣ ਗਏ ਸੀ। ਇਸ ਕਰਕੇ ਬਣ ਗਏ ਸੀ ਵੀ ਇਹਨਾਂ ਨੇ ਨਿਰੋਲ ਧਾਰਮਿਕ ਪ੍ਰੋਗਰਾਮ ਦੇਣਾ ਔਰ ਗੁਰੂ ਰਵਿਦਾਸ ਪ੍ਰਥਾਏ ਜ਼ਿਆਦਾ ਪ੍ਰੋਗਰਾਮ ਦੇਣਾ। ਫਿਰ ਇਹਨਾਂ ਨੇ ਡਰਾਮਾ ਪਾ ਲਿਆ ਪ੍ਰਿਥੀ ਸਿੰਘ ਦਾ ਵੀ, ਉਹ ਵੀ ਬਹੁਤ ਵਧੀਆ ਪ੍ਰੋਗਰਾਮ ਹੈਗਾ ਸੀ, ਲੋਕ ਉਹਨੂੰ ਵੀ ਬੜਾ ਫਿਰ ਸੁਣਦੇ ਸੀ। ਸੋ ਇੱਦਾਂ ਇੱਧਰ ਇਹ ਫਿਰ 1955-56 ਦੇ ਬਾਅਦ ਵਿੱਚ ਇਹਨਾਂ ਨੇ ਫਿਰ ਇਸ ਪਾਸੇ ਨੂੰ ਸ਼ੁਰੂਆਤ ਕਰ ਲਈ। ਪੰਜਾਬ ਦਾ ਕੋਈ ਐਸਾ ਪਿੰਡ ਤਾਂ ਹੈ ਨਹੀਂ ਜਿੱਥੇ ਤੁਹਾਡੀ ਮੰਡਲੀ ਨੇ ਜਿੱਥੇ ਨਾ ਗਈ ਹੋਵੇ, ਕੋਈ ਡਰਾਮਾ ਨਾ ਖੇਡਿਆ ਹੋਵੇ। ਪਰ ਕੀ ਪੰਜਾਬ ਤੋਂ ਬਾਹਰ ਵੀ ਕਦੀ ਫਰਮਾਇਸ਼ ਆਈ ਸੀ? ਬਹੁਤ। ਤੁਹਾਨੂੰ ਦੱਸ ਦੇਵੇ 1900 ਕੋਈ ਤਕਰੀਬਨ 62 ਦੇ ਵਿੱਚ ਇਹ ਕਲਕੱਤੇ ਗਿਆ ਜੀ। 1962 ਸੀ 1962 ਦੇ ਵਿੱਚ ਕਲਕੱਤੇ ਗਏ। ਉੱਥੇ ਇਹਨਾਂ ਨੇ ਜਿਸ ਵੇਲੇ ਉੱਥੇ 4 ਨੰਬਰ ਡਿਵੀਜ਼ਨ ਦੇ ਵਿੱਚ ਸਾਡੇ ਲੋਕ ਜ਼ਿਆਦਾ ਰਹਿੰਦੇ ਸੀ, ਉੱਥੇ ਇਹਨਾਂ ਨੂੰ ਸੋਨੇ ਦੇ ਮੈਡਲ ਔਰ ਚਾਂਦੀ ਦੇ ਮੈਡਲਾਂ ਨਾਲ ਬੜਾ ਸਨਮਾਨਿਤ ਕੀਤਾ। ਸੋਨੇ ਦੇ ਮੈਡਲ ਪਹਿਲੀ ਵਾਰੀ ਕਿਸੇ ਮਤਲਬ ਕਲਾਕਾਰ ਨੂੰ ਪੰਜਾਬ ਦੇ ਵਿੱਚ, ਮੇਰੇ ਖਿਆਲ 'ਚ ਉਸ ਵੇਲੇ ਸਾਡੇ ਭਾਈ ਸਾਹਿਬ ਉਹਨਾਂ ਨੂੰ ਸੋਨੇ ਦਾ ਮੈਡਲ ਮਿਲਿਆ ਸੀ ਕਲਕੱਤੇ ਤੋਂ, ਸਾਡੇ ਲੋਕਾਂ ਨੂੰ ਦਿੱਤਾ ਸੀ। ਅਤੇ ਬਾਹਰਲੀ ਸਟੇਟਾਂ 'ਚ ਹਰਿਆਣਾ ਹਿਮਾਚਲ ਤਾਂ ਇਹ ਤਾਂ ਹੁਣੇ ਬਣੇ ਆ, ਬਾਹਰਲੀਆਂ ਸਟੇਟਾਂ 'ਚ ਵੀ ਇਹ ਜਾਂਦੇ ਸੀ। ਉਹਨਾਂ ਦਿਨਾਂ ਵਿੱਚ ਕੋਈ ਦਫ਼ਤਰ ਨਹੀਂ ਸੀ ਹੁੰਦਾ ਜਾਂ ਕੋਈ ਟੈਲੀਫੋਨ ਨਹੀਂ ਸੀ, ਲੋਕ ਕਿੱਦਾਂ ਕੰਟੈਕਟ ਕਰਦੇ ਸੀ? ਉਹ ਕੰਟੈਕਟ ਇੱਦਾਂ ਕਰਦੇ ਸੀ ਜੀ, ਇਹ ਸਾਡੇ ਇੱਕ ਇੱਥੇ ਨਵੇਂ ਸ਼ਹਿਰ ਦੇ ਵਿੱਚ ਢੇਰੂ ਬੈਠਾ ਹੁੰਦਾ ਸੀ। ਉਹ ਜਿਹੜਾ ਢੇਰੂ ਸੀ ਉਹ ਨਵੇਂ ਸ਼ਹਿਰ ਦੇ ਵਿੱਚ ਉਹਨੂੰ ਦੁਕਾਨ ਖੋਲ੍ਹੀ ਸੀ। ਇਹਨਾਂ ਦਾ ਕੰਟੈਕਟ ਉਹਨਾਂ ਨਾਲ ਸੀ, ਜਿਹੜੇ ਨਹੀਂ ਜਾਣਦੇ ਸੀ ਉਹਨੂੰ ਮਿਲ ਲੈਂਦੇ ਸੀ, ਉਹ ਫਿਰ ਇਹਨਾਂ ਨੂੰ ਇੱਧਰ ਕੰਟੈਕਟ ਕਰਕੇ ਭੇਜ ਦਿੰਦਾ ਸੀ। ਪਰ ਜਦੋਂ ਇਹ ਲੋਕ ਜਦੋਂ ਇਹ ਡਰਾਮਾ ਕਰਨ ਜਾਂਦੇ ਸੀ, ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਵੀ ਪਿੰਡ ਜਾੜ ਲਿਆ, ਨਵੇਂ ਸ਼ਹਿਰ ਤੋਂ 10 ਕਿਲੋਮੀਟਰ 'ਤੇ ਉਹ ਸਥਿਤ ਹੈ ਔਰ ਚੰਡੀਗੜ੍ਹ ਸਾਈਡ 'ਤੇ ਹੈ। ਉਹ ਫਿਰ ਲੋਕ ਆਪਣੇ ਆਪ ਹੀ ਸਿੱਧੀ ਰਾਬਤਾ ਕੰਮ ਆਉਣ ਲੱਗ ਪਏ। ਅਤੇ ਜੇ ਕੋਈ ਉੱਦਾਂ ਦਾ ਹੋਵੇ ਤਾਂ ਉਹ ਉੱਥੇ ਢੇਰੂ ਮਿਲਣਾ ਪਹਿਲੀ ਦੀਆਂ ਗੱਲਾਂ। ਢੇਰੂ ਹੈ ਕੌਣ ਸੀ? ਢੇਰੂ ਰਾਮ ਹੈਗਾ ਸੀ ਇੱਕ ਦੁਕਾਨ ਭਾਈ ਸੀ, ਉਸਨੇ ਛੋਟੀ ਜਿਹੀ, ਅਤੇ ਇਹਨਾਂ ਨਾਲ ਉਹਦਾ ਸੰਪਰਕ ਬਣ ਗਿਆ। ਪਰ ਉਹ ਬੰਦਾ ਇਹ ਹੁਣ ਕੋਈ ਬਹੁਤ ਦੇਰ ਦੀ ਗੱਲ ਹੈ, ਉਹਦਾ ਕੁਛ ਪਤਾ ਨਹੀਂ ਕਿੱਥੇ ਦਾ ਸੀ, ਹੈਗਾ ਨਵੇਂ ਸ਼ਹਿਰ ਹੀ ਰਹਿੰਦਾ ਸੀ। ਮਤਲਬ ਕੀ ਗੱਡੀਆਂ ਤਾਂ ਬਾਅਦ ਵਿੱਚ ਆਈਆਂ, ਕਿ ਪਹਿਲਾਂ ਫਿਰ ਕਿਉਂ ਸਾਈਕਲਾਂ 'ਤੇ ਜਾਂਦੇ? ਇਹ ਜੇ ਤਾਂ ਨੇੜੇ ਹੋਵੇ ਜੀ ਫਿਰ ਸਾਈਕਲਾਂ 'ਤੇ, ਨਹੀਂ ਤਾਂ ਜੇ ਕਿਤੇ ਉਹ ਬਹੁਤ ਨੇੜੇ ਤਾਂ ਪੈਦਲ ਵੀ, ਅਤੇ ਜੇ ਦੂਰ ਆ ਤਾਂ ਫਿਰ ਬੱਸਾਂ ਦੀ ਉਡੀਕ ਕਰਨੀ, ਕਿਹੜੇ ਵੇਲੇ ਬੱਸ ਜਾਂਦੀ ਆ। ਜਿਹੜੇ ਆਉਂਦੇ ਸੀ ਪ੍ਰੋਗਰਾਮ ਦੇਣ ਉਹਨਾਂ ਨੂੰ ਪੁੱਛ ਲੈਂਦੇ ਸੀ ਵੀ ਅਸੀਂ ਜਾਣਾ ਤਾਂ ਜੀ ਦੁਰਾਹੇ ਜਾਣਾ, ਵੀ ਲੁਧਿਆਣੇ ਤੋਂ ਕਿੰਨੇ ਕੁ ਵਜੇ ਬੱਸ ਉੱਧਰ ਨੂੰ ਚੱਲਦੀ ਆ, ਕਿੰਨੇ ਵਜੇ ਚੱਲਦੀ, ਇੱਦਾਂ ਦੀਆਂ ਗੱਲਾਂ ਸਾਰੀਆਂ ਉਹ ਜਿਹੜੇ ਸਾਈ ਨਾਲ ਆਉਂਦੇ ਸੀ ਉਹਨਾਂ ਨਾਲ ਕਰ ਲੈਂਦੇ ਸੀ। ਕਦੇ ਇੱਦਾਂ ਵੀ ਹੋਇਆ ਵੀ ਕਦੀ ਲੇਟ ਹੋ ਗਿਆ? ਨਹੀਂ, ਇਹ ਟਾਈਮ ਦੇ ਬੜੇ ਪਾਬੰਦ ਸੀ, ਲੋਕਾਂ ਨੂੰ ਇਹ ਮੌਕਾ ਨਹੀਂ ਸੀ ਮਿਲਦਾ ਵੀ ਲੈ ਜੀ ਉਹ ਤਾਂ ਆਏ ਨਹੀਂ, ਅਸੀਂ ਇੱਦਾਂ ਨਾ ਸੀ। ਬੜੇ ਟਾਈਮ ਦੇ ਬਹੁਤ ਪਾਬੰਦ ਸੀ, ਜਿੱਥੇ ਆਉਣਾ ਸਗੋਂ ਉੱਥੇ ਨਾ ਪਹਿਲਾਂ ਆ ਕੇ ਇਹਨਾਂ ਨੇ ਸਾਰਾ ਦੇਖ ਲੈਣਾ ਵੀ ਸਾਡਾ ਡੇਰਾ ਕਿੱਥੇ ਆ, ਸਭ ਕੁਝ ਦੇਖ ਲੈਣਾ। ਜੇ ਕੋਈ ਕੁਦਰਤੀ ਗੱਲ ਇੱਦਾਂ ਹੋ ਜਾਵੇ, ਕੋਈ ਖੁਦਾ ਨਖਾਸਤਾ ਕੁਦਰਤੀ ਕੋਈ ਲੇਟ ਸ਼ੇਟ ਇੱਦਾਂ ਦੀ ਕੋਈ ਗੱਲ ਹੋ ਜਾਵੇ ਤਾਂ ਉਹ ਵੱਖਰੀ ਗੱਲ ਆ, ਲੇਕਿਨ ਟਾਈਮ ਦੇ ਬੜੇ ਪਾਬੰਦ ਸੀ। ਸਾਰੀ ਕਲੱਬੇ ਜਦ ਮਲੂਕ ਚੰਦ ਦੇ ਮਨਸਰ ਕਰਦੀ ਸੀ, ਧੰਨ ਚੰਦ ਔਰ ਮਲੂਕ ਚੰਦ ਸਵੰਨ ਚੰਦ ਭਰਾ ਇਹ ਸੀ
ਇੱਕ ਦੂਸਰੇ ਨੂੰ ਸਪੋਰਟ ਹੈ ਪੂਰੀ ਤਰ੍ਹਾਂ ਇੱਕ ਦੂਸਰੇ ਨੂੰ ਦੇ ਰਹੇ ਸੀ। ਤੇ ਜਦੋਂ ਜਿੱਥੇ ਵੀ ਉਹਨੇ ਜੋ ਕੋ ਕਹਿਣਾ ਉਹ ਸਾਰੇ ਕਲੱਬ ਨੇ ਉੱਦਾਂ ਹੀ ਕਹਿਣਾ, ਅੱਛਾ ਜੀ ਠੀਕ ਹੈ ਜੀ ਗੁਰੂ ਜੀ, ਠੀਕ ਹੈ ਜੀ ਡੇਰੇਦਾਰ ਜੀ, ਅਸੀਂ ਇੰਨੇ ਵਜੇ ਪਹੁੰਚ ਜਾਣਾ ਉੱਥੇ। ਤਾਂ ਉਹਨਾਂ ਨੇ ਹੁਕਮ ਕਰ ਦੇਣਾ ਵੀ ਤੁਸੀਂ ਉੱਥੇ ਇੰਨੇ ਵਜੇ ਪਹੁੰਚਣਾ ਚਾਹੀਦਾ ਤੁਹਾਨੂੰ। ਉਹ ਸਾਰੀ ਕਲੱਬ ਪਹੁੰਚ ਜਾਂਦੀ ਸੀ। ਇੱਦਾਂ ਵੀ ਹੋਇਆ ਕਦੀ ਕੋਈ ਪ੍ਰੋਗਰਾਮ ਸਾਡੇ ਤੋਂ ਬੁੱਕਿਆ ਪਰ ਕੋਈ ਹੋਰ ਪਾਰਟੀ ਆ ਗਈ, ਉਹ ਵੀ ਉਸੇ ਦਿਨ ਦਾ ਪ੍ਰੋਗਰਾਮ ਰੱਖਣ ਨੂੰ ਜਾਂ ਕਹਿਣਾ ਉਹ ਨਹੀਂ ਤਾਂ ਵੀ ਅਸੀਂ ਤੁਹਾਡੇ ਤੋਂ ਵੱਧ ਪੈਸੇ ਲੈ ਲਓ, ਸਾਡੇ ਤੋਂ ਸਾਡਾ ਪ੍ਰੋਗਰਾਮ ਕਰ ਦਿਓ। ਨਹੀਂ ਇੱਦਾਂ ਨਹੀਂ, ਇੱਦਾਂ ਸੀ ਵੀ ਜਿਸ ਵੇਲੇ ਪ੍ਰੋਗਰਾਮ ਰੱਖਦੇ ਸੀ ਬਕਾਇਦਾ ਲਿਖ ਕੇ ਉਹਨਾਂ ਨੂੰ ਇੱਕ ਇਸ਼ਤਿਹਾਰ ਸਾਡਾ ਛਪਿਆ ਹੁੰਦਾ ਸੀ, ਉੱਤੇ ਬਕਾਇਦਾ ਪ੍ਰਬੰਧਾਂ ਨੂੰ ਉਹਨਾਂ ਨੂੰ ਦੱਸ ਦੇਣਾ ਵੀ ਇੰਨੇ ਸਾਨੂੰ ਮੰਜੇ ਚਾਹੀਦੇ ਆ ਅਤੇ ਇੰਨੇ ਵਜੇ ਅਸੀਂ ਆਪਣੇ ਪਰਦੇ ਲਾਉਣੇ ਆ, ਤੁਸੀਂ ਤਿਆਰ ਹੋ ਜਾਣਾ, ਸਾਨੂੰ ਰੋਟੀ ਇੰਨੇ ਕੁ ਵਜੇ ਖਾ ਦਿਓ, ਪਹਿਲਾਂ ਹੀ ਕੰਮ ਸੈਟਲ ਕਰ ਲੈਣਾ। ਜਦੋਂ ਲਿਖ ਲਿਖਾਵਾ ਹੋਣਾ ਫਿਰ ਜੇ ਉਹ ਕਰੂਗੇ ਤਾਂ ਉਹਨਾਂ ਦਾ ਨੁਕਸਾਨ ਹੀ ਹੈ। ਫਿਰ ਲਿਖ ਲਿਖਾਵਾ ਹੋਇਆ 1962 ਵਿੱਚ ਕਲਕੱਤੇ ਵਾਲਿਆਂ ਨੇ ਤਾਂ ਸਨਮਾਨ ਕਰ ਦਿੱਤਾ, ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਬਹੁਤ ਮੈਡਲ ਤਾਂ ਬਹੁਤ ਦਿੱਤੇ ਸੀ, ਪਰ ਇਹ ਆ ਵੀ ਸੋਨੇ ਦਾ ਮੈਡਲ ਉੱਥੋਂ ਮਿਲਿਆ ਸੀ। ਚਾਂਦੀ ਦੇ ਮੈਡਲ ਤਾਂ ਇਹਨਾਂ ਨੂੰ ਕਾਫੀ ਮਿਲੇ ਆ, ਸੋਨੇ ਦਾ ਮੈਡਲ ਮੈਂ ਤਾਂ ਸਮਝ ਵੀ ਠੀਕ ਹੈ ਨਾ, ਉਹੀ ਸੀ ਨਾ। ਫਿਰ ਉਹ ਪੈਸਿਆਂ ਦੀ ਵੰਡ ਕਿੱਦਾਂ ਕਰਦੇ ਸੀ? ਪੈਸੇ ਦੀ ਵੰਡ ਇਹ ਸੀ ਵੀ ਮਲੂਕ ਚੰਦ ਲੈਂਦਾ ਸੀ ਦੋਹਰਾ ਵੱਖਰਾ। ਜੇ ਮੰਨ ਲਓ 4000 ਹੋਇਆ ਤਾਂ ਉਹ 14 ਬੰਦੇ ਹੁੰਦੇ ਸੀ, 13-14 ਤਕਸੀਮ ਕਰਕੇ ਉਹ ਜਿੰਨੇ ਉਹ ਇੱਕ ਵੱਖਰਾ ਬਣ ਜਾਂਦਾ ਸੀ। ਜਿਹੜਾ ਉਹ ਇੱਕ ਵੱਖਰਾ ਇਹਨੀ ਦੋ ਵੱਖਰੇ ਲੈਣੇ ਆ। ਉਹਦੇ ਵਿੱਚ ਇਹਨਾਂ ਨੂੰ ਇਹ ਹੁੰਦਾ ਸੀ ਵੀ ਇਹਨਾਂ ਨੇ ਜਿਹੜੇ ਪਾਤਰ ਹੁੰਦੇ ਸੀ ਉਹਨਾਂ ਦੀਆਂ ਵਰਦੀਆਂ ਵੀ ਜੇ ਖਰਾਬ ਹੋ ਗਏ ਉਹ ਵੀ ਬਣਾ ਕੇ ਦੇਣੀ ਆਪੇ। ਦਾਨਸਾਰ ਨੂੰ ਕੋਈ ਚੀਜ਼ ਉਹਨਾਂ ਨੂੰ ਚਾਹੀਦੀ ਉਹਨਾਂ ਨੂੰ ਵੀ ਦੇਣੀ। ਅਤੇ ਜਾਣੀ ਖਰਚਾ ਵਰਚਾ ਜਿਹੜਾ ਉਹ ਸਾਰਾ ਹੀ, ਕੋਈ ਧਾਮਾ ਫਟ ਗਿਆ ਜਾਂ ਹਾਰਮੋਨੀਅਮ ਖਰਾਬ ਹੈ, ਉਹ ਸਾਰਾ ਇਹਨਾਂ ਨੇ ਆਪਣੇ ਤੌਰ 'ਤੇ ਖਰਚ ਕਰਨਾ। ਪੈਸਾ ਜਿਹੜਾ ਸਾਈ ਫੜਨੀ ਉਹ ਇਹਨਾਂ ਨੇ ਲੈਣੀ। ਜਿਹੜੇ ਧਨ ਚੰਦ ਕਵੀ ਸੀ, ਹਾਂਜੀ, ਉਹਨਾਂ ਦਾ ਕੀ ਰੋਲ ਸੀ? ਜਿਹੜੇ ਧਨ ਚੰਦ ਸੀ ਨਾ, ਅਸਲ ਵਿੱਚ ਜਿਹੜੇ ਪਹਿਲੇ ਸ਼ਾਇਰ ਹੋਏ ਨਾ ਸਾਡੇ ਧਨ ਚੰਦ ਜੀ ਹੁਣੀ ਹੋਏ ਆ। ਇਹ ਜਿਸ ਵੇਲੇ ਮਲੂਕ ਚੰਦ ਹੁਣੀ ਗੁਰੂ ਰਵਿਦਾਸ ਦਾ ਪਾਰਟ ਪਲੇ ਕਰਦੇ ਹੁੰਦੇ ਸੀ ਤਾਂ ਧਨ ਚੰਦ ਹੁਣੀ ਇਹਨਾਂ ਦੇ ਡੈਡੀ ਦਾ ਪਾਰਟ ਪਲੇ ਕਰਦੇ ਸੀ ਬਾਬੇ। ਤਾਂ ਇੱਦਾਂ ਇਹਨਾਂ ਨੂੰ ਜਾਣੀ ਪਾਰਟ ਦਿੱਤੇ ਹੋ ਸੀ। ਧਨ ਚੰਦ ਜੀ ਉਹ ਵੀ ਗਾਇਕ ਸੀ, ਸਵਰਨ ਚੰਦ ਵੀ ਗਾਇਕ ਸੀ। ਸਵਰਨ ਚੰਦ ਹਾਰਮੋਨੀਅਮ ਦਾ ਮਾਸਟਰ ਸੀ। ਸਾਡੇ ਪਿਤਾ ਜੀ ਤਾਂ ਚਲੋ ਇਹ ਪਹਿਲਾਂ ਹੀ ਇਹ 'ਚ ਨਹੀਂ ਆਏ। ਅਤੇ ਮਲੂਕ ਚੰਦ ਹੁਣੀ ਸਰੰਗੀ ਵੀ ਜਾਣਦੇ ਸੀ, ਇੱਕ ਹੁੰਦਾ ਸੀ ਘੇਰਾ ਉਹ ਵੀ ਜਾਣਦੇ ਸੀ। ਅਤੇ ਆਪਾਂ ਡਰਾਮੇ ਦੇ ਵਿੱਚ ਇਹ ਚੀਜ਼ਾਂ ਨਾ ਸੀ ਉਹ ਕਰਦੇ। ਡਰਾਮੇ ਦੇ ਵਿੱਚ ਕਿਸੇ ਰੋਲ ਗੁਰੂ ਰਵਿਦਾਸ ਦਾ ਹੀ ਪਾਰਟ ਪਲੇ ਕਰਨਾ। ਔਰ ਉਹਦੇ ਵਿੱਚ ਇਹ ਸੀ ਵੀ ਸ਼ਾਇਰ ਤਿੰਨੇ ਹੋਣ ਕਰਕੇ ਇਹਨੀ ਜੇ ਪੁਰਾਣੀ ਚੀਜ਼ ਹੋਣੀ ਉਹ ਪੁਰਾਣੀ ਕੱਢ ਦੇਣੀ, ਨਵੀਂ ਤਰਜ਼ ਦੇ ਉੱਤੇ ਵਧੀਆ ਭਜਨ ਬਣਾ ਲੈਣੇ, ਇਤਿਹਾਸ ਨੂੰ ਤਰੋੜ ਮੋੜ ਕੇ ਵਧੀਆ ਬਣਾ ਦੇਣਾ। ਉਹਨਾਂ ਦਿਨਾਂ ਵਿੱਚ ਅਸੀਂ ਆਮ ਮੇਲਿਆਂ ਵਿੱਚ ਜਾਂ ਕਿਸੇ ਮਲੂਕ ਚੰਦ ਜੀ ਦੇ ਤਾਂ ਅਸੀਂ ਪੜ੍ਹਦੇ ਰਹੇ ਹਾਂ। ਹਾਂਜੀ। ਪਰ ਕੀ ਧਨ ਚੰਦ ਕਵੀ ਹੁਣ ਵੀ ਕਿਸੇ ਛਪੇ? ਨਹੀਂ, ਉਹ ਵਿੱਚ ਹੀ ਸੀ ਉਹਨਾਂ ਦੇ। ਇੱਦਾਂ ਸੀ ਵੀ ਮਲੂਕ ਚੰਦ ਨੂੰ ਨਾ ਸਾਰਾ ਹੀ ਉਹਨੂੰ ਦਿੱਤਾ ਸੀ ਇਹ ਹੱਕ ਵੀ ਭਾਵੇਂ ਉਹ ਧਨ ਚੰਦ ਦਾ ਵਿੱਚ ਭਜਨ ਪਾਇਆ, ਉੱਥੇ ਮਲੂਕ ਚੰਦ ਪਾਵੇ ਲਈ ਆ ਜਾਣਾ। ਕਈ ਵਾਰੀ ਕਦੇ ਵਿੱਚ ਧਨ ਚੰਦ ਦਾ ਆ ਵੀ ਜਾਂਦਾ ਸੀ। ਸਵਰਨ ਚੰਦ ਤਾਲਬ ਮੈਂ ਨਹੀਂ ਹੁੰਦਾ ਢੂੰਡਣ ਵਾਲਾ। ਜਿਹੜਾ ਪਾਗਲ ਤਖਲਸ਼ ਹੈ ਉਹ ਕਿਉਂ ਵਰਤਦੇ ਸੀ? ਉਹ ਇੱਦਾਂ ਵਰਤਦੇ ਸੀ। ਤਾਂ ਇਹ ਵੀ ਥੋੜ੍ਹੀ ਜਿਹੀ ਲੰਮੀ ਕਹਾਣੀ ਆ ਇਹਨਾਂ ਦੀ। ਇਹ ਪਹਿਲੀ ਜਿਹੜੀ ਵਿਆਹ ਸੀ ਨਾ ਉਹ ਮਾਛੀਵਾੜੇ ਹੋਇਆ ਸੀ। ਮਾਛੀਵਾੜੇ ਜਿਹੜੇ ਹੋਏ ਸੀ ਉਹਦਾ ਨਾਂ ਸੀ ਗੰਗੀ। ਉਹ ਬੜੀ ਸਮਝਦਾਰ ਸੀ, ਉਹ ਵੀ ਬਹੁਤ ਸਮਝਦਾਰ ਸੀ। ਮਲੂਕ ਚੰਦ ਜੀ ਘਰੋਂ ਫਿਰ ਉਹ ਐਕਸਪਾਇਰ ਹੋ ਗਏ। ਜ਼ਿਆਦਾ ਐਕਸਪਾਇਰ ਹੋ ਗਏ ਨਾ, ਫਿਰ ਇਹ ਥੋੜ੍ਹਾ ਜਿਹਾ ਨਾ ਜ਼ਿਆਦਾ ਉੱਧਰ ਨੂੰ ਇਹਨਾਂ ਨੇ ਆਪਣਾ ਰੁਚੀ ਆਪਣਾ ਦਿਮਾਗ ਉੱਧਰ ਨੂੰ ਜ਼ਿਆਦਾ ਤੇ ਰੱਖ ਲਿਆ। ਇਹਨੇ ਫਿਰ ਉਸ ਭਰਜਾਈ ਦੇ ਉੱਤੇ ਨਾ ਕਈ ਕਵਾਲੀਆਂ ਬਣਾਈਆਂ। ਅਤੇ ਫਿਰ ਇਹ ਉਸ ਵੇਲੇ ਇਹਨਾਂ ਨੇ ਤਖੱਲਸ ਸੀ, ਜਿਸ ਵੇਲੇ ਇਹ ਪਾਗਲਮਨ ਨੇ ਥੋੜ੍ਹਾ ਜਿਹਾ ਜਿੱਦਾਂ ਹੁੰਦਾ ਨਾ ਇਹਨੂੰ ਆਪਣਾ ਨਾਂ ਫਿਰ ਨਾ ਉਸ ਵੇਲੇ ਤਖੱਲਸ ਆਪਣਾ ਮਲੂਕ ਚੰਦ ਪਾਗਲ ਰੱਖਿਆ। ਜਿਹੜਾ ਫਿਰ ਪਾਗਲ ਦਾ ਇਹਨਾਂ ਨੇ ਵੈਸੇ ਨਵਾਂ ਜਦੋਂ ਹੁਣ ਤਾਂ ਫਿਰ ਉਹ ਇਹਦਾ ਨਾ ਹੋਰ ਪਾਸੇ ਕਰ ਪਾ ਲੈਂਦੇ ਸੀ ਗੱਲ ਵੀ ਪਾਗਲ ਦਾ ਮਤਲਬ ਹੈ ਗੱਲ ਨੂੰ ਪਾਉਣ ਵਾਲਾ। ਇਹ ਨਹੀਂ ਫਿਰ ਇੱਦਾਂ ਇਸ ਪਾਸੇ ਨੂੰ ਲੈਣਾ ਸੀ। ਪਰ ਉਸ ਵੇਲੇ ਇਹਨਾਂ ਨੇ ਤਖੱਲਸ ਪਾਗਲ ਉਸ ਵੇਲੇ ਰੱਖਿਆ ਸੀ। ਜਿਹੜਾ ਸਾਡੇ ਧਨ ਚੰਦ ਸੀ ਇਹਨਾਂ ਨੇ ਤਖੱਲਸ ਨਹੀਂ ਕੋਈ ਰੱਖਿਆ, ਇਹਨੂੰ ਕਵੀ ਕਹਿੰਦੇ ਸੀ, ਧਨ ਚੰਦ ਕਵੀ ਜੀ। ਅਤੇ ਜਿਹੜੇ ਸਵਰਨ ਚੰਦ ਸੀ ਉਹਨਾਂ ਨੇ ਆਪਣਾ ਤਖੱਲਸ ਰੱਖਿਆ ਸੀ ਉਰਦੂ ਦਾ ਸ਼ਬਦ ਹੈ ਤਾਲਬ। ਸਵਰਨ ਚੰਦ ਜੀ ਤਾਲਬ ਮੈਨੂੰ ਹੁੰਦਾ ਢੂੰਡਣ ਵਾਲਾ, ਇਹ ਇੱਕ ਉਰਦੂ ਦਾ ਸ਼ਬਦ ਲਫ਼ਜ਼ ਹੈ। ਅਤੇ ਇਹਨਾਂ ਨੇ ਇਹ ਫਿਰ ਹੈਗੇ ਸੀ ਤਿੰਨੇ ਸ਼ਾਇਰ ਲੇਖਕ। ਸ਼ਾਇਰ ਸੀ, ਲਿਖਦੇ ਸੀ, ਬੜਾ ਵਧੀਆ ਲਿਖਦੇ ਸੀ, ਤਿੰਨੇ ਵਧੀਆ ਲਿਖਦੇ ਸੀ।
ਇਸ ਕਰਕੇ ਫਿਰ ਡਰਾਮੇ ਦੇ ਵਿੱਚ ਵੀ ਰੱਦੋ ਬਦਲ ਹੁੰਦੀ ਰਹਿੰਦੀ ਸੀ। ਡਰਾਮੇ ਵਿੱਚ ਵੀ ਵਧੀਆ ਵਧੀਆ ਆਈਟਮਾਂ ਆ ਜਾਂਦੀਆਂ, ਲੋਕਾਂ ਨੇ ਪੁਰਾਣੀਆਂ ਸੁਣੀਆਂ ਫਿਰ ਉਹੀ ਕਹਿਣਾ ਜੀ ਸਾਨੂੰ ਉਹੀ ਸੁਣਾਓ। ਸੋ ਇੱਦਾਂ ਇਹਨਾਂ ਦਾ ਸਫ਼ਰ ਤੈਅ ਹੋਇਆ। ਪਹਿਲਾਂ ਮਲੂਚੰਦ ਹੁਣਾਂ ਨੇ ਪਹਿਲਾਂ ਦੇਖੋ ਆ ਨਹਿਰ ਕ੍ਰੋਸ ਕਰਕੇ ਆਏ ਹੋਣੇ, ਇਹ ਨਹਿਰਾਂ ਵੀ ਪੁੱਟੀਆਂ, ਨਹਿਰਾਂ ਦਾ ਕੰਮ ਵੀ ਕੀਤਾ। ਸਵਨ ਚੰਦ ਹੁੰਦਾ ਸੀ ਮਨੀ ਮੁਨਸ਼ੀ, ਜਿਹੜੇ ਨਹਿਰ ਦਾ ਠੇਕਾ ਜਿੰਨ ਲਿਆ ਹੁੰਦਾ ਸੀ, ਇਹ ਮੁਨਸ਼ੀ ਹੁੰਦੇ ਸੀ। ਧਨ ਚੰਦ ਵੀ ਨਾਲੇ ਹੁੰਦੇ ਸੀ, ਜਾਣੀ ਇਹਨਾਂ ਨੇ ਇਹ ਵੀ ਕੰਮ ਕੀਤਾ। ਜ਼ਿਮੀਂਦਾਰ ਜਿਸ ਵੇਲੇ ਛੋਟੇ ਮਲੂਚੰਦ ਹੁਣੀ ਛੋਟੀ ਅਵਸਥਾ ਦੇ ਵਿੱਚ ਸੀ, ਉਸ ਵੇਲੇ ਜ਼ਿਮੀਂਦਾਰ ਨਾਲ ਵੀ ਕੰਮ ਕੀਤਾ ਮਲੂਚੰਦ ਹੁਣੀ ਨੇ। ਇੱਦਾਂ ਇਹਨਾਂ ਦੀ ਹਿਸਟਰੀ, ਮਲੂਚੰਦ ਹੁਣੀ ਹਿੰਮਤੀ ਬੰਦੇ ਸੀ, ਬਹੁਤ ਵਧੀਆ ਬੰਦੇ ਸੀ। ਫਿਰ ਇਹਨਾਂ ਨੇ ਡਰਾਮਿਆਂ ਰਾਹੀਂ ਤਾਂ ਲੋਕਾਂ ਨੂੰ ਫਿਰ ਜਾਗਰਤੀ ਬੜੀ ਲਿਆਂਦੀ। ਫਿਰ ਦੂਸਰੀ ਸ਼ਾਦੀ ਕੀਤੀ। ਦੂਜੀ ਸ਼ਾਦੀ ਜਿਹੜੀ ਕੀਤੀ ਉਹ ਹੈਗੀ ਸੀ ਜੀ ਮਹੱਦੀਪੁਰ ਪਿੰਡ ਪੈਂਦਾ ਤੇ ਨੇੜੇ ਦਰਿਆ ਦੇ ਨਾਲ। ਇਹਨਾਂ ਦਾ ਮਾਛੂਵਾੜੇ, ਫਿਰ ਜਿਹੜਾ ਵਿਆਹ ਹੋਇਆ ਸੀ ਮਾਛੂਵਾੜੇ ਸੀ, ਉਹ ਜਿਹੜੀ ਸਾਡੀ ਭਰਜਾਈ ਸੀ ਮਾਛੂਵਾੜੇ ਤੁਸੀਂ, ਇਹਨਾਂ ਦਾ ਆਉਣਾ ਜਾਣਾ ਮਹੱਦੀਪੁਰ ਦੇ ਵਿੱਚੋਂ ਸੀ। ਉਹ ਜਿਹੜੀ ਲੜਕੀ ਸੀ ਫਿਰ ਉਹ ਮਲੂਚੰਦ ਨੂੰ ਜ਼ਿਆਦਾ ਸਮਝਣ ਲੱਗ ਪਏ ਵੀ ਚਲੋ ਇਹ ਸਾਡੇ ਬਹੁਤ ਨੇੜੇ ਆ, ਸਾਡੇ ਉਹ ਜ਼ਿਆਦਾ ਮਿਕਸਾਰ। ਉਹ ਫਿਰ ਵਿਆਹ ਦੀ ਗੱਲ ਹੋਈ, ਉਹ ਵਿਆਹ ਤਾਂ ਕਰਦੇ ਸੀ ਇੱਥੇ ਪਰਿਵਾਰ ਦੇ ਵਿੱਚ ਸਾਰੇ ਘਰਦਿਆਂ ਨੇ, ਬਾਈ ਨੇ, ਸਾਡੇ ਪਿਤਾ ਜੀ ਨੇ ਵੀ ਕਿਹਾ ਵੀ ਮਲੂਚੰਦ ਵੀ ਹੁਣ ਤੇਰੇ ਘਰ ਵਾਲੇ ਦਾ ਹੈ ਨਹੀਂ, ਵੀ ਤਾਂ ਆਪਣੀ ਜ਼ਿੰਦਗੀ ਇੰਨੀ ਬਸਰ ਕਿੱਦਾਂ ਕਰੂੰਗੇ। ਉਹਨੇ ਫਿਰ ਦੂਜਾ ਜਿਹੜਾ ਵਿਆਹ ਕੀਤਾ ਉਹ ਮਹੱਦੀਪੁਰੇ ਕਰ ਲਿਆ ਸਾਡੀ ਭਰਜਾਈ ਦਾ, ਜੀਤ ਕੌਰ ਸੀ। ਹਾਂ, ਉਹਨਾਂ ਦੀ ਪਹਿਲੀ ਘਰਵਾਲੀ ਤੇ ਦੂਸਰੀ ਘਰਵਾਲੀ ਦੇ ਜਿਹੜੇ ਬੱਚੇ ਉਹ ਕਿੱਥੇ ਅੱਜ ਕੱਲ੍ਹ? ਜਿਹੜੇ ਪਹਿਲੀ ਦੇ ਆ ਜੀ, ਉਹਦੇ ਹੈਗੇ ਆ ਜੀ ਇੱਕ ਲੜਕਾ ਹੁਣ ਹੈ, ਇੱਕ ਲੜਕਾ ਉਹਦਾ ਪੂਰਾ ਹੋ ਗਿਆ ਸੀ 1984 ਦੇ ਵਿੱਚ। ਉਹਨਾਂ ਦਾ ਕੀ ਨਾਮ? ਜਿਹੜਾ ਹੈ ਜੀ ਪਿਰਥਪਾਲ। ਜਿਹੜਾ ਹੁਣ ਦੂਸਰਾ ਲੜਕਾ ਆ ਉਹਦਾ ਹੈਗਾ ਨਾਮ ਧਰਮਪਾਲ। ਉਹ ਹੁਣ ਦੋਨੋਂ ਹੀ ਉਹ ਅਮਰੀਕਾ 'ਚ ਬੈਠਾ ਆ। ਤੇ ਧਰਮਪਾਲ ਤੇ ਦੂਸਰਾ ਜਿਹੜਾ ਦੂਸਰਾ ਪਿਰਥਪਾਲ ਐਕਸਪਾਇਰ ਹੋ ਗਿਆ ਸੀ ਹਾਂ 1984। ਉਹਦਾ ਇਹ ਮਲੂਚੰਦ ਦਾ ਇੱਕ ਹੋਰ ਬੇਟਾ ਵੀ ਉੱਥੇ ਹੈਗਾ। ਆ ਜਿਹੜੀ ਹੁਣ ਹੈਗੀ ਮਿਸਿਸ, ਇਹਦੇ ਘਰੋਂ ਆ ਉਹਦਾ ਨਾਂ ਜਗਪਾਲ ਹੈ, ਉਹ ਵੀ ਅਮਰੀਕਾ 'ਚ ਹੀ ਹੈ। ਹਾਂਜੀ, ਇਹ ਇੱਦਾਂ ਇਹਨਾਂ ਨੇ ਉਸ ਸਫ਼ਰ ਤੋਂ ਹੁਣ ਜਿਹੜੀ ਇਹ ਸਾਡੀ ਮਹੱਦੀਪੁਰ ਵਾਲੀ ਭਰਜਾਈ ਇਹ ਵੀ ਨਹੀਂ ਹੈ, ਹੁਣ ਗੰਗੀ ਤਾਂ ਪਹਿਲੇ ਚੜ੍ਹਾਈ ਕਰ ਗਿਆ ਸੀ। ਫਲੋਰ ਲਾਗੇ ਇੱਕ ਪਿੰਡ ਵਿੱਚ ਵਿਵਾਦ ਹੋਇਆ ਸੀ। ਵਿਵਾਦ ਹੋਇਆ ਜੀ ਉੱਥੇ। ਇਹ ਉਹਨਾਂ ਨੇ ਉਹ ਵਿਵਾਦ ਵਾਲਿਆਂ ਨੇ ਕੀ ਕੀਤਾ, ਉਹਨਾਂ ਨੇ ਜਿਸ ਵੇਲੇ ਪਤਾ ਲੱਗਾ ਵੀ ਕਲੱਬ ਆ ਗਈ, ਉਹ ਇਸ ਗੱਲ ਤੋਂ ਖਿਲਾਫ ਸੀ ਵੀ ਇਹ ਗੁਰੂ ਰਵਿਦਾਸ ਮਹਾਰਾਜ ਦੀਆਂ ਸੰਗਾਂ ਲਾਉਂਦੇ ਆ। ਤੇ ਪਰ ਲੋਕ ਜਿਹੜੇ ਸੀ ਇਸ ਗੱਲ ਨੂੰ ਉਹ ਠੀਕ ਨਾ ਸੀ ਮੰਨਦੇ। ਉਹ ਕਹਿੰਦੇ ਵੀ ਯਾਰ ਉਹ ਫਿਰ ਦਾ ਪਤਾ ਸਾਨੂੰ ਕਿੱਦਾਂ ਲੱਗੂਗਾ। ਲੋਕ ਉਹਨਾਂ ਤੋਂ ਖਿਲਾਫ ਸੀ ਲੋਕ। ਪਰ ਉਹਨਾਂ ਨੇ ਕੀਤਾ, ਜਿਹੜੇ ਉਹ ਬੰਦੇ ਆਏ ਹੋਏ ਸੀ ਉਹਨਾਂ ਨੇ ਕੀਤਾ, ਜਾ ਕੇ ਨਾ SDM ਤੋਂ ਇੱਕ ਲਿਖਵਾ ਲਿਆ ਵੀ ਜੀ ਇਹ ਗੁਰੂ ਰਵਿਦਾਸ ਮਹਾਰਾਜ ਦੀਆਂ ਸੰਗਾਂ ਲਾਉਂਦੇ ਵੀ ਇਹ ਜਿਹੜੀ ਲੀਲਾ ਕਰਦੇ ਬੰਦ ਕੀਤੀ ਜਾਵੇ। ਉਹਨਾਂ ਨੇ ਉਹ ਜਿਹੜਾ SDM ਸੀ ਉਹਨਾਂ ਤੋਂ ਮਨਜ਼ੂਰੀ ਲੈ ਕੇ ਉਹ ਆ ਗਏ। ਸਾਡੇ ਪਰ ਇਹ ਸੀ ਵੀ ਸਾਡੇ ਭਾਈ ਸਾਹਿਬ ਨੂੰ ਜਿਸ ਵੇਲੇ ਨਾ ਈਸਾਈ ਫੜਦੇ ਹੁੰਦੇ ਸੀ, ਉਹ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੁਸੀਂ ਜਿਹੜੀ ਪੁਲਿਸ ਆ ਨਾ ਉਹਨਾਂ ਤੋਂ ਜਾ ਕੇ ਮਨਜ਼ੂਰੀ ਜ਼ਰੂਰ ਲੈ ਲੈਣੀ ਹੈ। ਉਹ ਬੰਦੇ ਇੱਦਾਂ ਦੇ ਨਿਕਲੇ ਉਹ ਕਹਿੰਦੇ ਲੈ ਉੱਥੇ ਪੁਲਿਸ ਪਾਸ ਕਿਆ ਹੁੰਦੀ, ਅਸੀਂ ਆ ਸਭ ਕੁਛ ਹੈਗੇ ਆ। ਉਹਨੇ ਮਨਜ਼ੂਰੀ ਨਾ ਲਈ, ਉਹ ਲਿਆਏ ਜੀ। ਉਹਨੇ ਜਦ ਉਹ ਸ਼ੁਰੂ ਕਰਨ ਲੱਗੇ ਤਾਂ ਉਹ ਕਹਿੰਦੇ ਵੀ ਭਾਈ SDM ਦਾ ਲਿਖਿਆ ਵੀ ਤੁਸੀਂ ਡਰਾਮਾ ਬੰਦ ਕਰ ਦਿਓ। ਇਹ ਸੱਚ, ਇਹ ਦਿਨਾਂ ਦੀ ਗੱਲ ਹੈ, ਰਾਤ ਨੂੰ ਨਹੀਂ। ਦਿਨਾਂ ਨੂੰ ਉਹਨੇ ਦਿਖਾਲਤਾ ਵੀ ਤੁਸੀਂ ਡਰਾਮਾ ਨਹੀਂ ਤੇ ਕਰ ਸਕਦੇ। ਉਹਨੇ ਫਿਰ ਪ੍ਰਬੰਧਕਾਂ ਨੂੰ ਦਿਖਾ ਲਿਆ। ਪ੍ਰਬੰਧਕਾਂ ਨੇ ਕੀਤਾ ਜੀ ਗੱਡੀ ਚੱਕੀ, ਉਹ ਮਾਰਾ DC ਦਫ਼ਤਰ ਚਲੇ ਗਏ। DC ਉਸ ਵੇਲੇ ਹੁੰਦਾ ਸੀ ਉਹਨਾਂ ਦਾ ਜਲੰਧਰ। ਉਹ ਜਲੰਧਰ ਨੂੰ ਜਾ ਕੇ ਉਹਨਾਂ ਨੇ ਜਾ ਕੇ ਉਹ ਹੈਗੇ ਸੀ ਬੜੇ, ਉਹ ਵੀ ਬੰਦੇ ਬੜੇ ਚਾਲੂ ਸੀ, ਬੜੇ ਬੰਦੇ ਲੀਡਰ ਬੰਦੇ ਸੀ। ਉਹ ਜਾ ਕੇ ਉੱਥੇ ਜਾ ਕੇ ਉਹਨਾਂ ਨੇ ਕੀਤਾ, DC ਨੂੰ ਸਭ ਕੁਝ ਦੱਸਿਆ ਵੀ ਸਾਨੂੰ ਜੀ ਇੱਦਾਂ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਲੀਲਾ ਕਰਦੇ ਹਾਂ, ਵੀ ਸਾਨੂੰ ਇਹ ਪਾਰਟ ਬੰਦ ਕਰਤਾ ਇਸ ਨੂੰ। ਉਹ DC ਮਹਾਰਾਜ ਬੜਾ ਉਹ ਕਹਿੰਦਾ ਇਹ ਕਿੱਦਾਂ ਹੋ ਸਕਦੀ ਹੋਵੇ ਧਾਰਮਿਕ ਪ੍ਰੋਗਰਾਮ, SDM ਕੋਲ ਕਿਹੜੀ ਪਾਵਰ ਆ ਗਈ ਵੀ ਉਹ ਬੰਦ ਕਰ ਦੇਵੇ। ਹੁਣ ਉਸੇ ਵੇਲੇ ਨਾ SDM ਨੇ ਚਿੱਠੀ ਲਿਖੀ ਵੀ ਤੂੰ ਇਹ ਕਿ ਤੈਨੂੰ ਕਹਿ ਵੀ ਧਾਰਮਿਕ ਪ੍ਰੋਗਰਾਮ ਬੰਦ ਕਰ ਦੇ। ਉਹ ਕਿਹੜੇ ਤਰੀਕੇ ਨਾਲ ਬੰਦ ਕਰਨਾ ਗਿਆ, ਇਹਨਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਔਰ ਉੱਥੇ ਪੁਲਿਸ ਭੇਜੋ। ਤਾਂ ਫਿਰ ਇਹਨਾਂ ਨੇ ਨਾ ਉੱਥੇ ਫਿਰ ਡਰਾਮਾ ਬਾਜੀ ਕੇ ਕੀਤਾ ਅਤੇ ਵਧੀਆ। ਉੱਥੇ ਫਿਰ ਸਾਰੇ ਇਹਨੇ ਫਿਰ ਸਪੀਚ 'ਚ ਵੀ ਗੱਲ ਕੀਤੀ ਵੀ ਤੁਸੀਂ ਜਿਹੜੇ ਇਹ ਲੋਕ ਇੱਦਾਂ ਦੇ ਆ। ਪਰ ਮੈਂ ਆ ਕੇ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਇੱਦਾਂ ਦੀ ਗੱਲ ਕਰਦੇ ਆ, ਤੁਸੀਂ ਇਹ ਤਾਂ ਦੱਸੋ ਵੀ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਕੋਈ ਹੈਗੀ ਕਲੱਬ ਜਾਂ ਇੱਦਾਂ ਦਾ ਕੋਈ ਹੈਗਾ ਹੀ ਕੋਈ ਮੰਡਲੀ ਬਣੀ ਜਿਹੜੀ ਇੱਦਾਂ ਹੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਚਾਰ ਕਰਦੀ ਹੋਵੇ। ਪਰ ਹੈ ਨਾ ਸੀ ਕੋਈ ਵੀ।
ਤੇ ਇਹਨਾਂ ਰਾਹੀਂ, ਇਹਨਾਂ ਦੇ ਪ੍ਰਚਾਰਕ ਰਾਹੀਂ, ਇਹਨਾਂ ਦੇ ਡਰਾਮਿਆਂ ਰਾਹੀਂ ਲੋਕ ਜਾਗ੍ਰਿਤੀ ਆਏ। ਉਸ ਤੋਂ ਬਾਅਦ ਡਰਾਮੇ ਜਦ ਮੈਂ ਖੂਬ ਚੱਲਦੇ ਰਹੇ, ਉਹ ਤਾਂ ਨੇੜੇ ਵੀ ਨਹੀਂ ਆਏ ਫਿਰ। ਮਤਲਬ ਉਹ ਤੋਂ ਨਿਰੰਤਰ ਚੱਲਦੇ ਰਹੇ ਪਿੱਛੇ, ਹਾਂਜੀ, ਉਸ ਤੋਂ ਬਾਅਦ ਹੁੰਦੇ ਰਹੇ ਬਹੁਤ ਚੱਲਦੇ ਰਹੇ। ਫਿਰ ਵੀ ਡਰਾਮੇ ਬੰਦ ਕਦੇ ਹਾਂਜੀ। ਬੰਦ ਕਦੋਂ ਹੋਏ? ਇਹ ਬੰਦ ਹੋਇਆ ਜੀ ਅਸਲ ਵਿੱਚ 1997 'ਚ ਐਕਸਪਾਇਰ ਹੋ ਗਏ। ਇਹਨਾਂ ਨੂੰ ਅਟੈਕ ਹੋ ਗਿਆ ਸੀ ਮਲੂਚੰਦ ਹੁਣਾਂ ਨੂੰ। ਇਹ ਮੇਰੇ ਖਿਆਲ 'ਚ 1900 95 96 ਦੀ ਗੱਲ ਹੋਵੇ। ਤੇ 95 96 'ਚ ਇਹ ਬਿਮਾਰ ਫਿਰ ਜ਼ਿਆਦਾ ਸੀਰੀਅਸਲੀ ਹੋ ਗਏ। ਫਿਰ ਇਹ ਆਉਣ ਜਾਣ ਤੋਂ ਥੋੜ੍ਹਾ ਜਿਹਾ ਇਹਨਾਂ ਨੂੰ ਤਾਂ ਫਿਰ ਇੱਦਾਂ ਫਿਰ ਜ਼ਿਆਦਾ ਹੀ ਹੋ ਗਏ ਸੀ, ਕਿਉਂਕਿ ਇਹਨਾਂ ਨੂੰ ਪੈਰਾਲਿਸਿਸ ਹੋ ਗਿਆ ਸੀ ਅਦਰਾਂ ਵਿੱਚ। ਫਿਰ ਇਹ ਬੋਲ ਵੀ ਨਹੀਂ ਸਕਦੇ ਸਹੀ ਢੰਗ ਨਾਲ। ਫਿਰ ਇਹ ਬੈਠ ਕੇ ਚਲੇ ਗਏ। ਅਤੇ ਫਿਰ ਇਸ ਕਰਕੇ ਫਿਰ ਜਿਹੜਾ ਹੈਗਾ ਸੀ ਇਹ ਹੀਰੋ ਪਾਤਰ ਇਹੀ ਸੀ। ਫਿਰ ਚੱਲਦੇ ਤਾਂ ਰਹੇ ਪ੍ਰੋਗਰਾਮ ਬਾਅਦ 'ਚ, ਪਰ ਉਹ ਗੱਲ ਨਾ ਬਣੀ। ਫਿਰ ਉੱਦਾਂ ਤਾਂ ਚੱਲਦੇ ਰਹੇ ਸਾਡੇ ਬਾਕੀ ਦੇ ਜਿਹੜੇ ਹੈਗੇ ਸੀ ਕੰਮ ਚਲਾਉਂਦੇ ਰਹੇ, ਪਰ ਉਹ ਗੱਲ ਫਿਰ ਤਾਂ ਨਹੀਂ ਬਣੀ ਨਾ। ਫਿਰ ਹੌਲੀ ਹੌਲੀ ਹੁਣ ਟਰੈਂਡ ਹੀ ਖਤਮ ਹੋ ਗਿਆ, ਘੱਟ ਗਿਆ ਕਾਫੀ ਇੱਦਾਂ। ਮਲੂਕ ਚੰਦ ਜਾਟਲਾ ਮੰਚ ਜਿਹੜਾ ਹੈ, ਹਾਂਜੀ, ਉਹ ਮਲੂਕ ਚੰਦ ਜੀ ਦੇ ਕਿੱਸੇ ਨੂੰ ਸੰਭਾਲਣ ਲਈ ਕੀ ਕੋਈ ਯਤਨ ਕੀਤਾ? ਇਹ ਇੱਦਾਂ ਆ ਜੀ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਇਸ ਲਾਈਨ ਵੱਲ ਨੂੰ ਨਹੀਂ ਆਇਆ ਹੈਗਾ। ਮੈਨੂੰ ਵੀ ਬੜਾ ਸ਼ੌਕ ਹੈ ਗਾਇਕ ਗੁੱਡ ਦਾ, ਪਰ ਮੈਂ ਇਹ ਕੰਮ ਨਹੀਂ ਕੀਤਾ। ਮੈਂ ਸਰਵਿਸ ਕਰਦਾ ਰਿਹਾ। ਉਹਨਾਂ ਨੂੰ ਸੰਭਾਲਣ ਲਈ ਫਿਰ ਮੈਂ ਜਿਹੜੇ ਦੱਸਿਆ ਪ੍ਰੇਮਪਾਲ ਪੱਪੂ ਜੀ ਅਤੇ ਇਹ ਰਵੀ ਜੀ ਹੁਣੀ, ਇਹ ਫਿਰ ਇਹਨਾਂ ਦਾ ਕੰਮ ਚੱਲਦਾ ਹੀ ਰਿਹਾ, ਹੁਣ ਤੱਕ ਵੀ ਚੱਲੀ ਜਾਂਦਾ ਇਹਨਾਂ ਦਾ ਕੰਮ। ਫਿਰ ਇਹਨਾਂ ਨੇ ਕਿੱਸੇ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਹ ਜਿਹੜੇ ਸਾਡੇ ਦੋਏ ਮੁੰਡੇ ਆ, ਧਰਮਪਾਲ ਜੀ ਔਰ ਮਲੂਕ ਚੰਦ ਜੀ, ਜਗਪਾਲ ਜੀ, ਉਹ ਦੋਨੋਂ ਬੱਚੇ ਕੁਛ ਸਾਡੇ ਨਾਲ ਕੁਛ ਨਾਰਾਜ਼ ਹੋ ਗਏ। ਗੱਲ ਇੰਨੀ ਘਰ ਦੀ ਸੀ ਮਰ ਜਿਹੀ, ਉਹ ਤੋਂ ਨਾਰਾਜ਼ ਹੋਣ ਕਰਕੇ ਨਾ ਫਿਰ ਉਹਨਾਂ ਨੇ ਜਗਪਾਲ ਨੇ ਜਿਹੜਾ ਸਾਰਾ ਲਿਟਰੇਚਰ ਸੀ ਮਲੂਕ ਚੰਦ ਦਾ, ਉਹ ਸਾਰਾ ਹੀ ਸਮੇਟ ਕੇ ਨਾ ਉਹਨੂੰ ਟਾਕੀ ਜੇ ਬੰਦ ਕੀਤੇ ਆ ਵਾਰੀ 'ਚ। ਇੱਦਾਂ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ, ਕਿਉਂਕਿ ਮਲੂਕ ਚੰਦ ਸਾਡੇ ਸਮਾਜ ਦੀ ਇੱਕ ਬਹੁਤ ਅੱਛੀ ਪਰਸਨੈਲਿਟੀ ਸੀ ਅਤੇ ਉਹਨਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਵਿਚਾਰਾਂ ਨੂੰ ਜਨ ਜਨ ਤੱਕ ਫੈਲਾਇਆ। ਬਿਲਕੁਲ ਜੀ, ਬਿਲਕੁਲ। ਇਹਦੇ ਵਿੱਚ ਤਾਂ ਕੋਈ ਸਰਕਾਰਾਂ ਨੇ ਕੀ ਕੀਤਾ ਮਲੂਕ ਚੰਦ ਜਾਟਲੇ ਦੀ ਯਾਦਗਾਰ ਨੂੰ ਬਣਾਉਣ ਲਈ ਜਾਂ ਉਹਨਾਂ ਨੂੰ ਯਾਦ ਰੱਖਣ ਲਈ? ਜਿਹੜੀ ਸਰਕਾਰਾਂ ਸੀ ਜੀ, ਅਸਲ ਵਿੱਚ ਉਸ ਵੇਲੇ ਇਹ ਤੁਹਾਨੂੰ ਦੱਸਿਆ ਨਹੀਂ, ਉਸ ਵੇਲੇ ਬੋਲਬਾਲਾ ਸੀ ਛੂਤਛਾਤ ਦਾ। ਬਹੁਤੀਆਂ ਸਰਕਾਰਾਂ ਨੇ ਇਹਦੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਇਹਨੂੰ ਆਪਾਂ। ਪਰ ਜਦੋਂ ਇਹ ਡਰਾਮਾ ਕਰਨ ਜਾਂਦੇ ਸੀ ਇਹਨਾਂ ਦੀ ਸਟੇਜ ਦੇ ਉੱਥੇ ਨਾ, ਉੱਥੇ ਦਾ MLA, ਉੱਥੇ ਦਾ ਜਿਹੜਾ ਬਹੁਤ ਮਸ਼ਹੂਰ ਬੰਦਾ, ਉਹਨੇ ਉੱਥੇ ਸਟੇਜ 'ਤੇ ਬੈਠਦਾ ਹੁੰਦਾ ਸੀ। ਉਹ ਬਹੁਤ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਸੀ, ਬਹੁਤ ਉਹਨਾਂ ਨੂੰ ਮਾਣਕ ਬਖਸ਼ਦਾ ਸੀ। ਪਰ ਇਹ ਨਹੀਂ ਵੀ ਕਿਸੇ ਸਰਕਾਰਾਂ ਨੇ ਇਹਨਾਂ ਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਮਦਦ ਕੀਤੀ ਹੋਵੇ। ਕਦੀ ਮਿਲੇ ਕਿਸੇ ਮੰਤਰੀ ਨੂੰ ਤੁਸੀਂ? ਉਹ ਮੈਂ ਤਾਂ ਨਹੀਂ ਮਿਲਿਆ, ਇਹ ਤਾਂ ਬਹੁਤ ਮਿਲਦੇ ਰਹੇ, ਮੰਤਰੀ ਆਪ ਮਿਲਦੇ ਰਹੇ ਇਹਨਾਂ ਨੂੰ। ਨਹੀਂ, ਤੁਸੀਂ ਵੀ ਕਦੀ ਮਿਲਣ ਦੀ ਕੋਸ਼ਿਸ਼ ਕੀਤੀ? ਬਾਅਦ 'ਚ 1997 'ਚ ਮਲੂਕ ਚੰਦ ਜਾਟਲਾ ਜੀ ਦੁਨੀਆ ਤੋਂ ਚਲੇ ਗਏ ਵੀ ਇਹਨਾਂ ਦੀ ਕੋਈ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ ਕੋਈ? ਇਹਦੇ ਵਿੱਚ ਸੁਣ ਲਓ ਜੀ, ਇਹਦੇ ਵਿੱਚ ਵੀ ਸਾਡੀ ਆਪਣੀ ਥੋੜ੍ਹੀ ਜਿਹੀ ਕਮੀ ਹੈ। ਅਸੀਂ ਚਾਹੁੰਦੇ ਸੀ ਵੀ ਇੱਥੇ ਮਲੂਕ ਚੰਦ ਦਾ ਮੇਲਾ ਲੱਗਦਾ। ਉਹਦੇ ਵਿੱਚ ਸਾਨੂੰ ਤੁਹਾਨੂੰ ਦੱਸਿਆ ਵੀ ਦੋਏ ਬੱਚੇ ਨੇ ਸਾਨੂੰ ਸਪੋਰਟ ਨਹੀਂ ਦਿੱਤੀ। ਉਹ ਅਸੀਂ ਇਸ ਗੱਲ 'ਤੇ ਡਰਦੇ ਵੀ ਜੇ ਅਸੀਂ ਇਹ ਕਰੀਏ ਤਾਂ ਕਿਤੇ ਇਹ ਨਾ ਸਮਝਣ ਜੀ ਸਾਡੇ ਹੁਣ ਬਾਹਰ 'ਤੇ ਨਾਂ 'ਤੇ ਕਮਾਈ ਕਰਨ ਲੱਗੇ ਆ। ਸਾਨੂੰ ਇਹ ਵੀ ਮਹਿਸੂਸ ਹੁੰਦਾ। ਅਸੀਂ ਚਾਹੁੰਦੇ ਸੀ ਇੱਥੇ ਮੇਲਾ ਲੱਗਿਆ ਜਾਵੇ, ਮੇਲਾ ਲਾਇਆ ਜਾਵੇ। ਫਿਰ ਇੱਕ ਵਾਰੀ ਦੀ ਗੱਲ ਵਾ ਵੀ ਇੱਥੇ ਦੋਏ ਆਏ ਸੀ, ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਜੇ ਤੁਸੀਂ ਹੋਰ ਨਹੀਂ ਕੁਛ ਕਰਨਾ ਨਾ ਤਾਂ ਉਹ ਜਿਹੜਾ ਸੜਕ ਆ ਮੇਨ ਸੜਕ, ਉੱਥੇ ਮਲੂਕ ਚੰਦ ਦੇ ਨਾਂ 'ਤੇ ਗੇਟ ਬਣਾਓ। ਤਾਂ ਉਹ ਜਿਹੜਾ ਛੋਟਾ ਮੁੰਡਾ ਜਗਪਾਲ, ਉਹ ਕਹਿੰਦਾ ਫਿਰ ਚਾਚਾ ਜੀ ਫਿਰ ਗੇਟ ਕਾਹਨੂੰ ਬਣਾਉਣਾ, ਅਸੀਂ ਮੰਦਿਰ ਬਣਾਉਂਦੇ ਮਲੂਕ ਚੰਦ ਦੇ ਨਾਂ 'ਤੇ। ਮੈਂ ਕਿਹਾ ਮੰਦਿਰ ਬਣਾ ਦਿਓ। ਉਹ ਜਗ੍ਹਾ ਵੀ ਦੇਖੀ, ਜਗ੍ਹਾ ਦੇਖ ਕੇ ਸਭ ਕੁਝ ਕਰਕੇ ਮੈਨੂੰ ਅੱਜ ਤੱਕ ਉਹ ਨਹੀਂ ਚਿੱਠੀ ਵੀ ਨਹੀਂ, ਟੈਲੀਫੋਨ ਵੀ ਨਹੀਂ ਕੀਤਾ, ਮੇਰੇ ਕੋਲ ਨਹੀਂ ਕੀਤਾ ਕੁਛ। ਅਤੇ ਇੱਦਾਂ ਕੋਈ ਥੋੜ੍ਹਾ ਜਿਹਾ ਸਾਡਾ ਨਾ ਗੱਲ ਕੁਛ ਵੀ ਨਹੀਂ ਹੈ ਸਾਡਾ ਉਹਨਾਂ ਨਾਲ, ਐਵੇਂ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਐਵੇਂ ਉੱਦਾਂ ਹੀ ਦੂਰ ਦਰਾਡੇ ਮਰ ਹੋ ਜਾਂਦੇ ਸਾਡੇ ਬੱਚੇ ਜਿਹੜੇ। ਇਹ ਸਨ ਮਲੂਕ ਚੰਦ ਜਾਟਲਾ ਸਵਰਗੀ, ਉਹਨਾਂ ਦੇ ਛੋਟੇ ਭਾਈ ਹੁਕਮ ਚੰਦ ਜੀ, ਅਤੇ ਤਿੰਨੇ ਚਾਰੋਂ ਭਰਾ ਜਿਹੜੇ ਆ ਇੱਕ ਇੱਕ ਕਰਕੇ ਦੁਨੀਆ ਤੋਂ ਚਲੇ ਗਏ ਆ, ਪਰ ਸਾਡੇ ਵਿਚਕਾਰ ਹੁਕਮ ਚੰਦ ਜੀ ਬਚੇ ਨੇ। ਅਤੇ ਉਹਨਾਂ ਨੇ ਮਲੂਕ ਚੰਦ ਜਾਟਲੇ ਜੀ ਦੀਆਂ ਜਿਹੜੀਆਂ ਪਰਦੇ ਦੀਆਂ ਪਿਛਲੀਆਂ ਗੱਲਾਂ ਨੂੰ ਵੀ ਉਜਾਗਰ ਕੀਤਾ ਅਤੇ ਸਰਕਾਰਾਂ ਦੀਆਂ ਨਲਾਇਕੀਆਂ ਨੂੰ ਵੀ ਉਜਾਗਰ ਕੀਤਾ, ਅਤੇ ਖੁਦ ਨੇ ਆਪਣੇ ਪਰਿਵਾਰਕ ਦੀਆਂ ਜਿਹੜੀਆਂ ਨਲਾਇਕੀਆਂ ਉਹਨਾਂ ਨੂੰ ਵੀ ਜੱਗ ਜ਼ਾਹਰ ਕੀਤਾ। ਪਰ
ਮੈਂ ਇੱਕ ਚਿੰਤਕ ਹੋਣ ਦੇ ਨਾਤੇ ਇਹ ਗੱਲ ਸਰਕਾਰਾਂ ਨੂੰ ਤਾਂ ਜਾਂ ਮਲੂਕ ਚੰਦ ਜਾੜਲੇ ਦੇ ਜਿਹੜੇ ਪੈਰੋਕਾਰ ਬੈਠੇ ਨੇ ਦੁਨੀਆ ਭਰ 'ਚ ਕਿ ਉਹਨਾਂ ਨੂੰ ਜਿੰਦਾ ਰੱਖਣ ਲਈ ਉਹਨਾਂ ਦੇ ਕਿੱਸਿਆਂ ਨੂੰ ਪ੍ਰਿੰਟ ਕੀਤਾ ਜਾਵੇ, ਲੋਕਾਂ ਵਿੱਚ ਵੰਡਿਆ ਜਾਵੇ, ਕਿਉਂਕਿ ਇੱਕ ਸਾਹਿਤ ਹੀ ਕਿਸੇ ਸ਼ਾਇਰ ਨੂੰ ਉਸ ਦੀ ਸੋਚ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਇਹਨਾਂ ਦੀ ਮੰਡਲੀ ਤੋਂ ਮਲੂਕ ਚੰਦ ਜਾੜਲੇ ਦੀ ਮੰਚ ਨੂੰ ਮੈਂ ਦਰਖਾਸਤ ਕਰਦਾ ਕਿ ਉਹ ਇੱਕ ਮਲੂਕ ਚੰਦ ਜਾੜਲੇ ਜੀ ਦਾ ਲਿਖਿਆ ਹੋਇਆ ਭਜਨ ਗੁਣਗਾਨ ਕਰਨ। ਉਸੇ ਹੀ ਬੇਰੀ ਨੂੰ ਪੈਂਦੀਆਂ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਕੌਣ ਪੁੱਛਦਾ ਕਾਵਾਂ ਕੁੱਤਿਆਂ ਨੂੰ ਬੰਦ ਪਿੰਜਰੇ ਹਾਥੀ ਤੇ ਸ਼ੇਰ ਹੁੰਦੇ। ਪਹਿਲੇ ਖੂਨ ਸ਼ਹੀਦਾਂ ਦਾ ਨਿਚੜ ਜਾਂਦਾ, ਇਹ ਸ਼ਰਫ ਚਮਕਣੇ ਮੋਤੀਏ ਫੇਰ ਹੁੰਦੇ। ਤੇਰੀ ਕੁਰਬਾਨੀ ਤੇਰਾ ਜ਼ਮਾਨਾ, ਤੇਰੀ ਕੁਰਬਾਨੀ ਤੇਰਾ ਜ਼ਮਾਨਾ। ਆਵੇਗਾ ਇੱਕ ਵਾਰ ਅਛੂਤਾ ਤੇਰੀ ਕੁਰਬਾਨੀ तेरा जमाना आवेगा एक बार। ਆਵੇਗਾ ਇੱਕ ਵਾਰ ਤੂੰ ਇੱਕ ਕਰਕੇ ਹਮਲਾ ਮਾਰ ਅਛੂਤਾ ਤੇਰੀ ਕੁਰਬਾਨੀ ਤੇਰਾ ਜ਼ਮਾਨਾ। ਆਵੇਗਾ ਇੱਕ ਵਾਰ आवेगा एक बार तू एक करके बना मार अशूता तेरी कुर्बानी तेरा जमाना आवेगा एक बार। ਹੁਣ ਗੱਲ ਨਾ ਰਹੀ ਨਸੀਬਾਂ ਦੀ, ਕੋਈ ਸੁਣਦਾ ਨਹੀਂ ਗਰੀਬਾਂ ਦੀ। ਹੁਣ ਗੱਲ ਨਾ ਰਹੀ ਨਸੀਬਾਂ ਦੀ, ਕੋਈ ਸੁਣਦਾ ਨਹੀਂ ਗਰੀਬਾਂ ਦੀ। ਤੈਨੂੰ ਲੱਗਾ ਰੋਗ ਗੁਲਾਮੀ ਦਾ, ਕੋਈ ਪੇਸ਼ ਨਾ ਜਾਏ ਤਬੀਬਾਂ ਦੀ। ਤੈਨੂੰ ਲੱਗਾ ਰੋਗ ਗੁਲਾਮੀ ਦਾ, ਕੋਈ ਪੇਸ਼ ਨਾ ਜਾਏ ਤਬੀਬਾਂ ਦੀ। ਇੱਕ ਟੀਕਾ ਹੈ ਕੁਰਬਾਨੀ ਦਾ, ਟੀਕਾ ਹੈ ਕੁਰਬਾਨੀ ਦਾ। ਫਿਰ ਰਾਜ਼ੀ ਹੋਣ ਹਜ਼ਾਰ ਅਛੂਤਾ ਤੇਰੀ ਕੁਰਬਾਨੀ ਤੇਰਾ ਜ਼ਮਾਨਾ। ਆਵੇਗਾ ਇੱਕ ਵਾਰ आवेगा एक बार तू एक करके भला मार अछूता तेरी कुर्बानी तेरा जमाना आवेगा एक बार। ਪਹਿਲੇ ਖੂਨ ਬਹਾਉਣਾ ਪੈਂਦਾ ਏ, ਫਿਰ ਰੁਤਬਾ ਪਾਉਣਾ ਪੈਂਦਾ ਏ। पहले खून बहाना पैंदा ए, फिर रुतबा पाना पैंदा ए। ਇਸ ਅਣਖ ਤਾਈਂ ਕੁਰਬਾਨੀ ਦਾ ਇੱਕ ਜਾਗ ਲਗਾਉਣਾ ਪੈਂਦਾ इस ਏ। अणख ताई करवानी दा एक जाग लगाना पैंदा ए। ਜੇ ਤੂੰ ਸੁੱਤਾ ਰਿਹਾ ਮਲੂਕ ਚੰਦਾ, ਜੇ ਤੂੰ ਸੁੱਤਾ ਰਿਹਾ ਮਲੂਕ ਚੰਦਾ। ਤੇਰਾ ਲੁੱਟ ਲੈਣਾ ਕਾਰੋਬਾਰ ਅਛੂਤਾ ਤੇਰੀ ਕੁਰਬਾਨੀ ਤੇਰਾ ਜ਼ਮਾਨਾ। ਆਵੇਗਾ ਇੱਕ ਵਾਰ। ਮੈਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਾਉਣ ਜਾ ਰਿਹਾ ਇੱਕ ਅਹਿਮ ਕਿਰਦਾਰ ਪ੍ਰੇਮਪਾਲ ਭਾਟੀਆ ਜੀ, ਜਿਨ੍ਹਾਂ ਦੇ ਪਿਤਾ ਦਾ ਨਾਂ ਸੀ ਕਵੀ ਧਨ ਚੰਦ। ਕਵੀ ਧਨ ਚੰਦ ਮਲੂਕ ਚੰਦ ਜਾੜਲੇ ਦੀ ਮੰਡਲੀ ਦਾ ਅਹਿਮ ਕਿਰਦਾਰ। ਉਹਨਾਂ ਦਾ ਕਿਰਦਾਰ ਸਤਿਗੁਰੂ ਰਵਿਦਾਸ ਮਹਾਰਾਜ ਦੇ ਪਿਤਾ ਸੰਤੋਖ ਦਾ ਵੀ ਉਹ ਕਿਰਦਾਰ ਨਿਭਾਉਂਦੇ ਸੀ, ਅਤੇ ਸਿਕੰਦਰ ਲੋਧੀ ਅਤੇ ਉਹਨਾਂ ਦੇ ਬੇਟੇ ਜਿਹੜੇ ਪ੍ਰੇਮਪਾਲ ਭਾਟੀਆ ਜੀ, ਉਹਨਾਂ ਨੇ 35 ਸਾਲ ਤੱਕ ਮਲੂਕ ਚੰਦ ਜਾੜਲੇ ਵਾਲਿਆਂ ਦੀ ਸੰਗਤ ਕੀਤੀ ਹੈ। ਅਤੇ ਮੈਂ ਉਹਨਾਂ ਨੂੰ ਵੀ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। ਪ੍ਰੇਮਪਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ। ਧੰਨਵਾਦ। ਅਤੇ ਤੁਸੀਂ ਕਿੰਨਾ ਚਿਰ ਸੰਗਤ ਕੀਤੀ? ਮੈਂ 86 ਤੋਂ ਲੈ ਕੇ
ਅੱਜ ਤੱਕ ਮੈਂ ਸੰਗਤੇ ਕੀਤੀ ਆ। ਮਾਸਟਰ ਨਾਲ 30-35 ਸਾਲ ਮੈਂ ਰਿਹਾ ਜੀ, ਪ੍ਰੋਗਰਾਮ ਕਰਦਾ ਰਿਹਾ, ਭਜਨ ਕੀਤੇ ਸਰੰਗੀ ਨਾਲ, ਫਿਰ ਡਰਾਮਿਆਂ 'ਚ ਮੈਂ ਪਾਠ ਪਲੇ ਕੀਤੇ ਜੀ। ਤੁਹਾਡੇ ਪਿਤਾ ਜੀ ਕਵੀ ਧਨ ਚੰਦ ਜੀ ਦਾ ਕੀ ਰੋਲ ਹੁੰਦਾ ਸੀ? ਉਹਨਾਂ ਦਾ ਜਿੱਦਾਂ ਸ਼ਹਿਨਸ਼ਾਹ ਸਿਕੰਦਰ ਲੋਧੀ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਵਸਾਇਆ, ਉਸ ਤੋਂ ਬਾਅਦ ਰਾਜਾ ਨਾਗਰਮਲ ਜਦੋਂ ਪੰਡਤਾਂ ਨੇ ਝਗੜਾ ਕੀਤਾ, 4 ਯੁੱਗ ਦੇ ਜੰਜੂ ਕੱਢੇ, ਉਸ ਤੋਂ ਬਾਅਦ ਰਾਣਾ ਕੁੰਭਾ ਸਿੰਘ ਜਿਹੜੀ ਮਹਾਰਾਣੀ ਝਾਲਾਂ ਬਾਈ ਦੇ ਪਤੀ ਸੀਗੇ, ਮਹਾਰਾਜ ਦੀ ਸਤਿਗੁਰ ਦੀ ਸੇਵਕ ਹੋ ਗਈ, ਉਹ ਵੀ ਇਹ ਪਾਠ ਕਰਦੇ ਸੀ। ਤੀਸਰਾ ਪਾਠ ਰਾਣਾ ਰਤਨ ਸਿੰਘ ਮੀਰਾ ਬਾਈ ਦੇ ਪਿਤਾ ਜੀ, ਜਿਹੜੇ ਪਾਠ ਸੀਗੇ ਸ਼ੇਰ ਖਾਂ ਪ੍ਰਿਥੀ ਸਿੰਘ ਦੇ ਬਰਾਬਰ। ਜਦੋਂ ਮੁਕਾਬਲਾ ਸ਼ੇਰ ਖਾਂ ਨਾਲ ਹੁੰਦਾ ਸੀ, ਮੇਰੇ ਡੈਡੀ ਸ਼ੇਰ ਖਾਂ ਔਰ ਰਾਜੇ ਔਰ ਸੰਤੋਖ ਦਾਸ ਦਾ ਪਾਠ ਅਦਾ ਕਰਦੇ ਹੁੰਦੇ ਸੀ। 1962 ਵਿੱਚ ਜਿਹੜਾ ਕਲਕੱਤੇ ਗੋਲਡ ਮੈਡਲ ਦਿੱਤਾ ਗਿਆ, ਹਾਂਜੀ, ਤੇ ਤੁਹਾਡੀ ਉਸ ਮੰਡਲੀ ਵਿੱਚ 2 ਅਹਿਮ ਕਿਰਦਾਰਾਂ ਦਾ ਝਗੜਾ ਪੈ ਗਿਆ। ਉਹ ਹਾਂਜੀ, ਇੱਦਾਂ ਸੀ ਜੀ। ਜਦੋਂ ਸਾਡੇ ਪਿਤਾ ਦੱਸਦੇ ਹੁੰਦੇ ਸੀ ਵੀ ਅਸੀਂ ਕਲਕੱਤੇ ਜਦੋਂ ਗਏ ਤਾਂ ਗਿਆਨੀ ਮਹਿੰਗਾ ਸਿੰਘ ਨਾਲ ਸੀ, ਸੰਤਰਾਮ ਨਾਲ ਸੀ ਜੀ, ਇਹਨਾਂ ਦਾ ਆਪਸ ਵਿੱਚ ਉੱਥੇ ਇੱਦਾਂ ਝਗੜਾ ਪਿਆ। ਜਿਹੜੀ ਉਹ ਜਿਨ੍ਹਾਂ ਨੇ ਇਹਨੂੰ ਬੁਲਾਇਆ ਸੀ, ਉਹਨਾਂ ਨੇ ਇੱਕ ਇਹਨਾਂ ਨੂੰ ਤੋਹਫਾ ਦਿੱਤਾ, ਮੈਡਲ ਦਿੱਤਾ ਜੀ। ਜਦੋਂ ਦਿੱਤਾ ਤਾਂ ਬਾਕੀ ਕਲੱਬ ਵਾਲੇ ਇਤਰਾਜ਼ ਕਰਨ ਲੱਪੇ ਵੀ ਜਿਹੜਾ ਇਹ ਮੈਡਲ ਆ ਇਹ ਸਾਂਝਾ ਵੰਡਿਆ ਜਾਵੇ। ਜਿਹੜੀ ਸਭਾ ਸੀ ਉਹ ਕਹਿੰਦੀ ਵੀ ਅਸੀਂ ਇਹ ਜਿਹੜਾ ਤੋਹਫਾ ਦਿੱਤਾ, ਅਸੀਂ ਇਨਾਮ ਦਿੱਤਾ, ਇਹ ਇਕੱਲੇ ਮਾਸਟਰ ਮਲੂਕ ਚੰਦ ਨੂੰ ਦਿੱਤਾ, ਇਹਦੇ ਵਿੱਚ ਤੁਹਾਡਾ ਕੋਈ ਰੋਲ ਨਹੀਂ ਹੈਗਾ। ਪਰ ਉਹ ਨਹੀਂ ਮੰਨੇ। ਉਸ ਤੋਂ ਬਾਅਦ ਉਹ ਕਹਿੰਦੇ ਵੀ ਜੇ ਤੁਸੀਂ ਇਸ ਗੱਲ ਦਾ ਝਗੜਾ ਕਰਨਾ ਤਾਂ ਇਹ ਜਿਹੜਾ ਮੈਡਲ ਆ ਮੈਂ ਜਾੜਲੇ ਜਾ ਕੇ ਮਾਸਟਰ ਜੀ ਨੂੰ ਖੁਦ ਦੇ ਆਣਾ। ਉਸ ਤੋਂ ਬਾਅਦ ਉਹਨਾਂ ਨੇ ਉਹ ਸਵੀਕਾਰ ਕਰ ਲਿਆ। ਜਦੋਂ ਜਾੜਲੇ ਵਾਪਸ ਆਏ ਕਲਕੱਤੇ ਤੋਂ ਤਾਂ ਇਹਨਾਂ ਦਾ ਜਿਹੜਾ ਕਲੱਬ ਆ ਉਹ ਅੱਡ ਹੋ ਗਏ ਜੀ। ਗਿਆਨੀ ਮਹਿੰਗਾ ਸਿੰਘ ਹੋਰ ਪਾਸੇ ਆਪਣੀ ਪਾਰਟੀ ਬਣਾ ਲਈ, ਮਾਸਟਰ ਮਲੂਕ ਚੰਦ ਨੇ ਹੋਰ ਪਾਰਟੀ ਬਣਾ ਲਈ ਜੀ। ਹਾਂਜੀ, ਉਸ ਤੋਂ ਬਾਅਦ ਵੀ ਵੱਖਰੇ ਵੱਖਰੇ ਤੌਰ ਤੇ ਵਿਚਰਨ ਲੱਗ ਪਏ। ਹਾਂਜੀ, ਵੱਖਰੇ ਵੱਖਰੇ ਤੌਰ 'ਤੇ ਆਪਣੇ ਡਰਾਮੇ ਕਰਨ ਲੱਗ ਪਏ ਜੀ। ਉਸ ਤੋਂ ਬਾਅਦ ਜਿਹੜੀ ਸਾਂਝ ਸੀ ਉਹ ਖਤਮ ਹੋ ਗਈ। ਨਹੀਂ, ਸਾਂਝ ਖਤਮ ਨਹੀਂ ਜੀ ਹੋਈ। ਵੈਸੇ ਤਾਂ ਮਹਿੰਗਾ ਸਿੰਘ ਨਾਲ ਸਾਡੀ ਬੋਲਚਾਲ ਹੈਗੀ ਸੀ ਜੀ। ਸਾਡੇ ਪਿਤਾ ਜੀ, ਉਹਨਾਂ ਦਾ ਪੁੱਤਰ ਮਹਿੰਦਰ ਸਿੰਘ ਪਰਦੇਸੀ ਔਰ ਗਿਆਨੀ ਤਰਸੇਮ ਸਿੰਘ ਨਾਟਕ, ਉਹ ਮਿਲਦੇ ਰਹੇ ਕਿਉਂਕਿ ਉਹਨਾਂ ਦੀ ਜਿਹੜੀ ਮਾਤਾ ਸੀ ਉਹ ਸਾਡੇ ਗੋਤਣ ਸੀ। ਸਾਡੇ ਡੈਡੀ ਉਹਨਾਂ ਨੂੰ, ਸਾਡੇ ਚਾਚਾ ਜੀ ਨੂੰ ਉਹ ਮਾਮਾ ਜੀ ਸਾਦੇ ਹੁੰਦੇ ਸੀ। ਇਸ ਕਰਕੇ ਸਾਂਝ ਸਾਡੀ ਹੈਗੀ ਸੀ, ਲੇਕਿਨ ਪਾਰਟੀਆਂ ਵੱਖੋ ਵੱਖਰੀਆਂ ਸੀ। ਤੁਹਾਡਾ ਕੀ ਕਿਰਦਾਰ ਹੁੰਦਾ ਸੀ? ਹਾਂਜੀ, ਤੁਹਾਡਾ ਕੀ ਰੋਲ ਪਲੇ ਹੁੰਦਾ ਸੀ? ਹਾਂ, ਮੇਰਾ ਪਲੇ ਇੱਦਾਂ ਜੀ, ਮੈਨੂੰ ਜਿੱਦਾਂ ਕਹਿ ਦਈਏ ਵੀ ਆਪਾਂ ਸਟਿੱਪਣੀ ਕਹਿ ਲਈ ਵੀ ਸਟਿੱਪਣੀ ਆ, ਮੈਨੂੰ ਕੋਈ ਵੀ ਪਾਠ ਦੇ ਦੇਣ ਜਾਂ ਰਾਜਿਆਂ ਦੇ ਦੇਣ। ਮੈਂ ਕਈ ਵਾਰੀ ਲੇਡੀ ਪਾਠ ਵੀ ਡਰਾਮਿਆਂ ਦੇ ਵਿੱਚ ਕੀਤੇ, ਰਾਜਿਆਂ ਦੇ, ਪੰਡਤਾਂ ਦੇ, ਜੋ ਵੀ ਮੈਨੂੰ ਕਹਿਣ। ਰੂਪ ਬਸੰਤ ਇਹਦੇ ਡੈਡੀ ਵਿਜੇ ਭਾਟੀਏ ਦਾ ਰੂਪ ਹੁੰਦਾ ਸੀ ਔਰ ਮੇਰਾ ਬਸੰਤ ਹੁੰਦਾ ਸੀ। ਇਹਦੇ ਡੈਡੀ ਦਾ ਪ੍ਰਿਥੀ ਸਿੰਘ ਹੁੰਦਾ ਸੀ ਔਰ ਮੇਰਾ ਸ਼ੇਰ ਖਾਂ ਹੁੰਦਾ ਸੀ। ਜੇ ਰਾਜੇ ਨਾਗਰਮਲ ਦੇ ਦਰਬਾਰ ਦੇ ਵਿੱਚ ਮੇਰਾ ਰਾਜਾ ਨਾਗਰਮਲ ਹੋਣਾ, ਉਹਦਾ ਰਵਿਦਾਸ ਮਹਾਰਾਜ ਜੀ ਹੋਣਾ। ਮੈਂ ਜਾਣੀ ਸਟਿੱਪਣੀ ਸੀ। ਇਸ ਵੇਲੇ ਜਿਹੜਾ ਮੈਂ ਪਾਠ ਸਾਰੇ ਕਰਕੇ ਹਟਿਆ, ਹੁਣ ਮੈਂ ਸਿਰਫ ਕਮੇਡੀ ਕਰਦਾ, ਬਾਕੀ ਪਾਠ ਮੇਰੇ ਸਾਥੀ ਕਰਦੇ। ਟੇਢੀ ਮੁੱਛੇ ਦਾ ਪਲੇ ਕੌਣ ਕਰਦਾ ਸੀ? ਸਭ ਤੋਂ ਪਹਿਲਾਂ ਜਦੋਂ ਕਲਕੱਤੇ ਇਹਨਾਂ ਨੇ ਪ੍ਰੋਗਰਾਮ ਕੀਤਾ ਤਾਂ ਨਾਮਦੇਵ ਜੀ, ਨਾਮਾ ਜੀ ਜਿਹੜੇ ਸੀਗੇ, ਇਹਨਾਂ ਦਾ ਇੱਕ ਕਮੇਡੀ ਰੋਲ ਅਦਾ ਕਰਦੇ ਹੁੰਦੇ ਸੀ। ਜਦੋਂ ਪਾਰਟੀ ਅੱਡ ਹੋ ਗਈ, ਫਿਰ ਨਾਮਦੇਵ ਜੀ, ਨਾਮਾ ਸੀ, ਉਹ ਫਿਰ ਗਿਆਨੀ ਮਹਿੰਗਾ ਸਿੰਘ ਨਾਲ ਰਲ ਗਿਆ ਜੀ, ਇਹਨਾਂ ਨੂੰ ਛੱਡ ਕੇ ਚਲ ਗਿਆ। ਫਿਰ ਇਹਨਾਂ ਦੇ ਪ੍ਰੋਗਰਾਮ ਲਗਾਤਾਰ ਚੱਲਦੇ ਸੀ। ਇਹਨਾਂ ਨੇ ਦੂਸਰੇ ਦਿਨ ਫਿਰ ਇੱਕ ਠਿੰਡਿਆਂ ਤੋਂ ਆਪਣੇ ਸਿੱਖ ਸੇਵਕ ਸਰਵਣ ਅਤੇ ਪ੍ਰੀਤੂ ਨੂੰ ਲਿਆਂਦਾ। ਉਹਨਾਂ ਨੇ ਫਿਰ ਅੱਜ ਤੱਕ 40-45 ਸਾਲ ਮਾਸਟਰ ਮਲੂਕ ਚੰਦ ਦੇ ਨਾਲ ਕੰਮ ਕੀਤਾ, ਸਰਵਣ ਅਤੇ ਪ੍ਰੀਤੂ ਨੇ। ਨਿਚਾਰਾਂ ਦਾ ਰੋਲ ਕੌਣ ਪਲੇ ਕਰਦਾ ਸੀ? ਇੱਕ ਪਿਆਰਾ ਜੀ ਖੋਜੀਆਂ ਤੋਂ ਜੀ, ਇੱਕ ਜੋਗਿੰਦਰਪਾਲ ਬਾੜ ਮਜਾਰੇ ਤੋਂ ਜਿਹਨੂੰ ਜਾਣੀ ਕਿ ਭਗੌਰਾਂ ਦੇ ਰਹਿੰਦੇ ਸੀ, ਇੱਕ ਸ਼ੰਭਦੱਤ ਸ਼ੰਭੂ ਅਤੇ ਬਹਿਲਪੁਰ ਤੋਂ, ਇੱਕ ਰਾਮ ਸਰੂਪ ਭੱਟੀ ਬਹਿਲਪੁਰ ਤੋਂ ਇਹ ਪਾਠ ਅਦਾ ਕਰਦੇ ਸੀ ਜੀ। ਨਾਮੇ ਦੀ ਤਾਂ ਮਲੂਕ ਚੰਦ ਦੀ ਜਿਹੜੀ ਮਤਲਬ ਇੱਕ ਜਿਹੜੇ ਮਤਲਬ ਵੱਖਰੇ ਹੋ ਗਿਆ, ਵੱਖਰੇ ਹੋਣ ਤੋਂ ਬਾਅਦ ਹਾਂਜੀ, ਜਿਹੜੇ ਨਿਚਾਰ ਵੀ ਵੰਡੇ ਗਏ? ਨਹੀਂ, ਇਹ ਮਗਰੋਂ ਸਾਡੇ ਨਾਲ ਜਿਹੜੇ ਸਾਡਾ ਪਿਆਰਾ ਸੀ ਖੋਜਿਆ ਤੋਂ ਜੀ, ਉਹ ਸਾਡੇ ਨਾਲ ਪੱਕੇ ਰਹੇ। ਉਹ ਤੋਂ ਬਾਅਦ ਇਹ ਪ੍ਰਕਾਸ਼ ਜੀ ਕੇਰਿਆਂ ਤੋਂ, ਉਹ ਵੀ ਉਹਨਾਂ ਨਾਲ ਚੱਲ ਗਿਆ। ਫਿਰ ਮਾਸਟਰ ਜੀ ਨੇ ਇੱਕ ਜੋਗਿੰਦਰ ਭਗੌਰਾਂ ਦਾ, ਇੱਕ ਸ਼ੰਭੂਦੱਤ ਬਹਿਲਪੁਰ ਤੋਂ, ਇਹਨਾਂ ਨੂੰ ਲਿਆਂਦਾ ਜੀ। ਇਹਨਾਂ ਨੇ ਪਾਠ ਅਦਾ ਕੀਤੇ। ਤੁਸੀਂ ਜਦੋਂ ਭਜਨ ਕਰਦੇ ਸੀ, ਭਜਨ ਵਿੱਚ ਇੱਕ 2 ਕਿਰਦਾਰ ਆਉਂਦੇ ਸੀ, ਰਿੜਕੂ ਤੇ ਘੜਕੂ। ਹਾਂਜੀ, ਉਹ ਜਿਹੜੇ ਰਿੜਕੂ ਤੇ ਘੜਕੂ, ਕੀ ਉਹਨਾਂ ਦਾ ਮਤਲਬ ਰੁੜਕੇ ਨਾਲ ਜਾਂ ਘੁੜਕੇ ਨਾਲ ਸੀ ਕਿ ਜਾਂ ਕਲਪਨਾ ਵਿੱਚ? ਨਹੀਂ ਸਰ ਜੀ, ਜਦੋਂ ਇਹ ਅਸੀਂ ਵੀ ਹੁਣ ਵੀ ਭਜਨ ਕਰਦੇ ਹਾਂ, ਮਾਸਟਰ ਤੋਂ ਬਾਅਦ ਵੀ ਮੈਂ ਭਜਨ ਕੀਤਾ, ਪਹਿਲਾਂ ਵੀ ਮੈਂ ਕਰਦਾ ਉਹਨਾਂ ਦੇ ਨਾਲ। ਇਹ ਜਾਣੀ ਜੂਰੀ ਉਹ ਇੱਕ ਭਾਪਾ ਜੀ ਮੇਰੇ ਕੰਮ ਨੂੰ ਹੱਥ ਨਾਲ ਲਾਇਆ ਕਰੋ, ਇੱਕ ਰਿੜਕੂ ਤੇ ਘੜਕੂ, ਇਹ ਦੋਏ ਲਾਜ਼ਮੀ ਸੁਣਦੇ ਸੀ ਬੀਬੀਆਂ ਭੈਣਾਂ ਮੇਰੀਆਂ। ਇਸ ਦਾ ਮਕਸਦ ਇਹੀ ਹੈ ਜੀ, ਅਸੀਂ ਸੰਗਰੂਰ ਦੇ ਕੋਲ ਬਜ਼ੁਰਗਾਂ ਦੇ ਨਾਲ ਪ੍ਰੋਗਰਾਮ ਕਰਨ ਚਲੇ ਗਏ। ਸਾਡੀ ਜਿਹੜੀ ਧਰਮਸ਼ਾਲਾ ਵਿੱਚ ਮੰਜੇ ਡਾਏ ਹੁੰਦੇ ਸੀ, 15 ਬੰਦੇ ਹੁੰਦੇ ਸੀ ਸਾਡੀ ਕਲੱਬ ਦੇ। ਉਹ ਬਾਹਰ ਹਵੇਲੀ ਦੇ ਕੋਲ, ਬਾਹਰ ਪਿੰਡ ਦੇ ਬਾਹਰ ਇੱਕ ਧਰਮਸ਼ਾਲਾ ਹੁੰਦੀ ਸੀ, ਉੱਥੇ ਸਾਡੇ ਮੰਜੇ ਡਾਹਤੇ। ਜਦੋਂ 12 ਵਜੇ ਪ੍ਰੋਗਰਾਮ ਖਤਮ ਕੀਤਾ ਤਾਂ ਪ੍ਰੀਤੂ ਠਿੰਡਿਆਂ ਵਾਲਾ ਜੀ, ਉਹਨੂੰ ਰਾਤ ਨੂੰ ਡਰ ਲੱਗਣ ਲੱਗ ਪਿਆ। ਚਾਚਾ ਜੀ ਕਹਿੰਦੇ, ਪ੍ਰੀਤਮਾ ਡਰਦਾ ਕਾਹਤੇ ਆ? ਅਸੀਂ ਤਾਂ ਵਹਿਮਾਂ ਭਰਮਾਂ 'ਚ ਲੋਕਾਂ ਨੂੰ ਕੱਢਣਾ,
ਕਹਿੰਦਾ ਨਾ ਜੀ ਮਾਸਟਰ ਜੀ ਉਸਤਾਦ ਜੀ ਇਹ ਮੈਨੂੰ ਡਰ ਲੱਗਦਾ ਜੀ। ਮੰਜਾ ਚੱਕਿਆ ਉਹਨੇ, ਉਹਦੇ ਨਾਲ 3-4 ਜਿਹੜੇ ਸਰਵਣ ਵੀ ਹੋਰ ਵੀ ਸਾਥੀ ਚਲ ਗਏ, ਪਰ ਮਾਸਟਰ ਜੀ ਉੱਥੇ ਬੈਠੇ ਰਹੇ। ਉਹ ਅੱਜ ਵੀ ਕਹਿੰਦੇ ਆ ਵੀ ਕੋਈ ਵਹਿਮ ਕੱਢੋ, ਭੂਤ ਭਰਮ ਕੋਈ ਨਹੀਂ ਹੈ ਜੀ। ਫਿਰ ਸਾਡੇ ਦਰਸ਼ਕਾਂ ਨੂੰ ਰੜਕੂ ਤੇ ਘੜਕੂ ਸੁਣਾਉਂਗੇ? ਹਾਂਜੀ, ਜੋ ਆਗਿਆ ਤੁਹਾਡੀ ਜੀ। ਸੁਰਗਵਾਸ ਹੋ ਗਿਆ ਮਲੂਕ ਚੰਦ ਚਾਚਾ, ਛੋਟੇ ਵੱਡੇ ਨਾਲ ਬਹੁਤ ਪਿਆਰ ਕੀਤਾ। 40 ਸਾਲ ਅਰਦਾਸ ਦੀ ਕਰੀ ਲੀਲਾ, ਆਪਣੇ ਗੁਰੂ ਦਾ ਬਹੁਤ ਪ੍ਰਚਾਰ ਕੀਤਾ। ਲੋਕ ਰੱਬ ਵਾਂਗੂ ਨੂੰ ਪੂਜਦੇ ਸੀ। ਮਾਲਵੇ ਵਾਲੇ ਨੇ ਬੜਾ ਸਤਿਕਾਰ ਕੀਤਾ। 5/2/97 ਦਿਨ ਬੁੱਧਵਾਰ ਹੈ ਜਦੋਂ ਕਾਲ ਨੇ ਆ ਕੇ ਹੈ ਬਾਹਰ ਕੀਤਾ। 97 ਤੋਂ ਪਹਿਲਾਂ ਜਿੱਥੇ ਸਾਡੇ ਚਾਚਾ ਹੀ ਜਾਂਦੇ ਸੀ ਭਜਨ ਸਰੰਗੀਨਾ, ਉੱਥੇ ਹਮੇਸ਼ਾ ਇਹ ਕਹਿੰਦੇ ਹੁੰਦੇ ਸੀ ਕੋਈ ਵਹਿਮ ਨਹੀਂ ਕੋਈ ਭਰਮ ਨਹੀਂ। ਕੀ ਦੱਸਿਆ ਚਾਚਾ ਜੀ ਨੇ? ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਇੱਕ ਜ਼ਿਲ੍ਹਾ ਨਵਾਂ ਸ਼ਹਿਰ, ਜ਼ਿਲ੍ਹਾ ਜਲੰਧਰ ਦੇ ਇੱਕ ਪਿੰਡ ਦੇ ਲੋਕ ਰਿੜਕੂ ਤੇ ਘਿੜਕੂ 2 ਜਣੇ ਡੁਬਈ ਚਲ ਗਏ। ਸਾਧ ਸੰਗਤ ਜੀ ਜਦੋਂ ਡੁਬਈ ਗਏ, ਮਾਲਕ ਦੇ ਨਾਲ ਕੰਮ ਕਰਦੇ ਰਹੇ। ਮਾਲਕ ਦੀ ਆਪਸ ਵਿੱਚ ਉਹਨਾਂ ਨਾਲ ਰਿੜਕੂ ਤੇ ਘਿੜਕੂ ਦੀ ਬਹਿਸ ਹੋ ਗਈ। ਉਹ ਮਾਲਕ ਕਹਿੰਦਾ ਤੁਸੀਂ ਮੇਰਾ ਬੜਾ ਕੰਮ ਖਰਾਬ ਕਰਨੇ, ਜਾ ਘਿੜਕੂ ਤਾਂ ਦੂਸਰੇ ਕਾਰਖਾਨੇ ਵਿੱਚ ਜਾ ਕੇ ਕੰਮ ਕਰ ਲਾ। ਜਾਂਦਾ ਹੋਇਆ ਰਿੜਕੂ ਨੇ ਘਿੜਕੂ ਨੂੰ ਗਾਲ ਕੱਢ ਦਿੱਤੀ। ਜਦੋਂ ਕੱਢੀ ਤਾਂ ਘਿੜਕੂ ਨੇ ਚਿੱਠੀ ਪਾਤੀ ਇੰਡੀਆ ਨੂੰ ਵੀ ਰਿੜਕੂ ਮਰ ਗਿਆ। ਮਰਿਆ ਹੈ ਨਾ ਸੀ, ਵੈਸੇ ਚਿੱਠੀ ਪਾਤੀ। ਜਦੋਂ ਪਿੰਡ ਵਿੱਚ ਚਿੱਠੀ ਆਈ ਤਾਂ ਕੀ ਭਦੌੜ ਪਿਆ। ਚਿੱਠੀ ਰਿੜਕੂ ਦੀ ਆਈ, ਰੌਲਾ ਪੈ ਗਿਆ। ਚਿੱਠੀ ਰਿੜਕੂ ਦੀ ਆਈ, ਰੌਲਾ ਪੈ ਗਿਆ। ਰੋ ਪਿੱਟ ਕੇ ਟੱਬਰ ਸਾਰਾ ਬਹਿ ਗਿਆ। ਰੋ ਪਿੱਟ ਕੇ ਟੱਬਰ ਸਾਰਾ ਬਹਿ ਗਿਆ। ਸਵਾ ਹੋ ਗਿਆ ਮਹੀਨਾ ਕੀ ਤਾਂ ਸਾਹਮਣੇ ਲੱਗੀ ਨਾ ਕਹਿੰਦੇ ਰੱਬ ਨਾ ਵਿਛੋੜੇ ਪਾਵੇ, ਇਸ ਦਾ ਇਲਾਜ ਕੋਈ ਨਾ। ਕਹਿੰਦੇ ਰੱਬ ਨਾ ਵਿਛੋੜੇ ਪਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਚਿੱਠੀ ਰਿੜਕੂ ਦੀ ਆਈ, ਰੌਲਾ ਪੈ ਗਿਆ। ਰੋ ਪਿੱਟ ਕੇ ਟੱਬਰ ਸਾਰਾ ਵਹਿ ਗਿਆ। ਸਵਾ ਹੋ ਗਿਆ ਮਹੀਨਾ ਕੀਤਾ ਸਭ ਨੇ ਯਕੀਨਾ, ਕਹਿੰਦੇ ਰੱਬ ਨਾ ਵਿਛੋੜੇ ਪਾਵੇ। ਭਾਈ ਕਿਸੇ ਦਾ ਪੁੱਤ ਪਰਦੇਸਾਂ ਵਿੱਚ ਨਾ ਮਰੇ। ਮਕਾਣਾ ਕਾਣਾ ਆ ਗਈਆਂ, ਮਹਾਰਾਜ ਦੀ ਭੀੜ ਦਾ ਭੋਗ ਵੀ ਪੈ ਗਿਆ। ਰਿੜਕੂ ਨੇ ਚਿੱਠੀ ਨਹੀਂ ਪਾਈ। ਸਾਹਿਬ ਨੇ ਉਹਨੂੰ ਛੁੱਟੀ ਦੇਤੀ ਕਿ ਜਾ ਇੰਡੀਆ ਜਾਇਆ। ਰਿੜਕੂ ਬਾਜ਼ਾਰ ਗਿਆ, ਕੈਮਰਾ ਖਰੀਦਿਆ, ਟੇਪ ਰਿਕਾਰਡ ਖਰੀਦੀ, ਦਿੱਲੀ ਆ ਗਿਆ। ਦਿੱਲੀ ਤੋਂ ਅੰਮ੍ਰਿਤਸਰ ਗੱਡੀ ਚੱਲਦੀ ਪੰਜਾਬ ਵੇਲ। ਰਾਸਤੇ ਵਿੱਚ ਉਹਦਾ ਪਿੰਡ ਆ ਗਿਆ। ਕਹਿੰਦਾ ਇੱਥੇ ਬੈਠਣ ਦਾ ਕੋਈ ਫਾਇਦਾ ਨਹੀਂ ਹੈ, ਮੈਂ ਕੋਲੇ ਹੀ ਮੇਰਾ ਪਿੰਡ ਆ, ਮੈਂ ਚਲੇ ਜਾਣਾ। ਇੱਕ ਸਿਲਵਰ ਟੈਚੀ ਚੱਕ ਕੇ ਰਿੜਕੂ ਕੀ ਕਰਦਾ, ਅੱਧੀ ਰਾਤ ਪਹਿਰ ਦੇ ਤੜਕੇ, ਅੱਧੀ ਰਾਤ ਪਹਿਰ ਦੇ ਤੜਕੇ, ਅੱਗ ਮਾਰਦਾ ਦਰਾਂ ਦੇ ਮੋਰੇ ਖੜ ਕੇ, ਆਪਾ ਮਾਰਦਾ ਦਰਾਂ ਦੇ ਮੂਰੇ ਖੜ ਕੇ। ਰੌਲਾ ਬੱਚਿਆਂ ਨੇ ਪਾਇਆ ਮਾਮਾ ਭੂਤ ਬਾਣੇ ਆਇਆ, ਕਹਿੰਦੇ ਭੇਜਣਾ ਆਸਾਨ ਦੀ ਜਾਵੇ, ਇਸ ਦਾ ਇਲਾਜ ਕੋਈ ਨਾ। ਕਹਿੰਦੇ ਪੇਸ਼ ਨਾ ਆਸਾਨ ਦੀ ਜਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਅੱਧੀ ਰਾਤ ਪਹਿਰ ਦੇ ਤੜਕੇ, ਹਾਕਾ ਮਾਰਦਾ ਦਰਾਂ ਦੇ ਮੂਹਰੇ ਖੜ ਕੇ, ਔਰ ਰੌਲਾ ਬੱਚਿਆਂ ਨੇ ਪਾਇਆ ਪਾਪਾ ਭੂਤ ਬਣ ਆਇਆ, ਕਹਿੰਦੇ ਪੇਸ਼ ਨਾ ਆਸਾਨ ਦੀ ਜਾਵੇ। ਜਦੋਂ ਆਵਾਜ਼ ਮਾਰੀ ਬੱਚਿਆਂ ਨੂੰ ਤਾਂ ਉਹਦੀ ਮੰਮੀ ਕਹਿੰਦੀ ਰਜਾਈ ਵਿੱਚ ਮੂੰਹ ਦੇ ਲਾ, ਤੁਹਾਡਾ ਡੈਡੀ ਭੂਤ ਬਣ ਕੇ ਆ ਗਿਆ। ਸਾਧ ਸੰਗਤ ਜੀ ਸਾਡੇ ਚਾਚਾ ਜੀ ਕਹਿੰਦੇ ਨੱਠ ਜਾਣਾ ਵੀ 13ਵੀਂ ਵਿਦਿਆ। ਟੈਚੀ ਕੇ ਸਿੱਟਿਆ ਵਿਹੜੇ ਵਿੱਚ ਜਾ ਕੇ ਕਮਾਦ ਵਿੱਚ ਲੁਕਿਆ। ਸਾਧ ਸੰਗਤ ਜੀ ਜਦੋਂ ਸਿਆਣੇ ਨੇ ਟੈਚੀ ਕੇ ਖੋਲ੍ਹਿਆ ਤਾਂ ਵਿੱਚੋਂ ਕੈਮਰਾ ਨਿਕਲਿਆ। ਉਹ ਕਹਿੰਦੇ ਆ ਦੇਖੋ ਭੂਤਾਂ ਦੇ ਕੋਲ ਕੈਮਰੇ, ਕਹਿੰਦਾ ਹੁੰਦੇ ਨਹੀਂ ਹੈ, ਇਹ ਮੁਰਦਿਆਂ ਦੇ ਫੋਟੋ ਖਿੱਚਦੇ ਆ। ਫਿਰ ਦੂਸਰਾ ਕੱਪੜਾ ਚੱਕਿਆ ਤਾਂ ਟੇਪ ਰਿਕਾਰਡ ਨਿਕਲੀ, ਕਹਿੰਦਾ ਭੂਤਾਂ ਦੇ ਕੋਲ ਟੇਪ ਰਿਕਾਰਡਾਂ, ਇਹ ਕਹਿੰਦਾ ਸਿਵਿਆਂ 'ਚ ਬਹਿ ਕੇ ਰਾਗ ਸੁਣਦੇ ਆ। ਕਿਸੇ ਨੇ ਜਾਣ ਪਛਾਣ ਨਹੀਂ ਕੀਤੀ, ਕਮਾਦ ਵਿੱਚ ਗੰਨੇ ਚੁਗ ਕੇ ਗੁਜ਼ਾਰਾ ਕਰਦਾ। ਦੂਸਰੇ ਦਿਨ ਉਹ ਤਾਏ ਦਾ ਪੁੱਤ ਹਲ ਬਣ ਗਿਆ। ਉਸ ਕੋਲ ਲੈ ਕੇ ਨਾ ਮੇਰੇ ਤਾਏ ਦਾ ਪੁੱਤ ਹਲ ਦੀ ਹੜਾਈ ਲੈ ਕੇ ਆਉਂਗਾ, ਮੈਂ ਦੱਸੂਗਾ ਅਸਲੀ ਰਿੜਕੂ ਆ। ਜਦੋਂ ਤਾਏ ਦਾ ਪੁੱਤ ਹਲ ਦੀ ਹੜਾਈ ਲੈ ਕੇ ਗਿਆ ਤਾਂ ਰਿੜਕੂ ਨੇ ਕੀ ਕੀਤਾ, ਜੱਫਾ ਤਾਏ ਦੇ ਪੁੱਤਰ ਨੂੰ ਪਾਲਿਆ, ਤੇ ਜੱਫਾ ਤਾਏ ਦੇ ਪੁੱਤਰ ਨੂੰ ਪਾਲਿਆ। ਭੁੱਖੇ ਨੇ ਮੈਂ ਵਕਤ ਲਖਾ ਲਿਆ, ਕਹਿੰਦਾ ਭੁੱਖੇ ਨੇ ਮੈਂ ਵਕਤ ਲੰਘਾ ਲਿਆ। ਮੈਨੂੰ ਰੋਟੀਆਂ ਲਿਆ ਦੇ ਮੇਰੀ ਕੁੱਤਿਆਂ ਮਟਾਰੇ, ਮੇਰੀ ਜਾਨ ਨਿਕਲਦੀ ਜਾਵੇ, ਇਸ ਦਾ ਇਲਾਜ ਕੋਈ ਨਾ। ਉਹ ਮੇਰੀ ਜਾਨ ਨਿਕਲਦੀ ਜਾਵੇ, ਇਸ ਦਾ ਇਲਾਜ ਕੋਈ ਨਾ। ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ, ਇਸ ਦਾ ਇਲਾਜ ਕੋਈ ਨਾ। ਜੱਫਾ ਤਾਏ ਦੇ ਪੁੱਤਰ ਨੂੰ ਪਾ ਲਿਆ, ਕਹਿੰਦਾ ਮੈਂ ਤਾਂ ਭੁੱਖੇ ਨੇ ਵਕਤ ਲਖਾ ਲਿਆ, ਮੈਨੂੰ ਰੋਟੀਆਂ ਲਿਆ ਦੇ ਮੇਰੀ ਕੁੱਤਿਆਂ ਮਟਾਰੇ, ਮੇਰੀ ਜਾਨ ਨਿਕਲਦੀ ਜਾਵੇ। ਜਦੋਂ ਤਾਏ ਦੇ ਪੁੱਤ ਨੇ ਪਿੱਛੇ ਦੇਖਿਆ ਤਾਂ ਕਹਿੰਦਾ ਲੋਕੋ ਭੂਤ ਆ ਗਿਆ। 4 ਕਰਮਾਂ ਤੇ ਉਹਦੇ ਘਰ ਵਾਲੀ ਰੋਟੀ ਲੈ ਕੇ ਆਈ, ਰੋਟੀਆਂ ਸਿੱਧੀਆਂ ਪਿੰਡ ਵਿੱਚ ਰੌਲਾ ਪਾਤਾ ਵੀ ਮੇਰੇ ਘਰ ਵਾਲਾ ਭੂਤ ਨੇ ਫੜ ਲਿਆ, ਕੋਈ ਬਾਹਰ ਨੂੰ ਨਹੀਂ ਜਾਂਦਾ।
ਜਦੋਂ ਵਾਪਸ ਆਇਆ ਸ਼ਾਮ ਨੂੰ ਕਹਿੰਦਾ ਪਤਾ ਨਹੀਂ ਕਿੱਥੋਂ ਆਇਆ, ਕਮਾਦ ਵਿੱਚੋਂ ਨਿਕਲ ਕੇ ਮੇਰੇ ਪਿੱਛੇ ਦੇ ਆ ਕੇ ਪੈ ਗਿਆ। ਸਾਧ ਸੰਗਤ ਜੀ ਪਿੰਡ ਵਿੱਚ ਉਧੌਲ ਪੈ ਗਿਆ, ਕੋਈ ਬਾਹਰ ਨੂੰ ਨਹੀਂ ਜਾਂਦਾ, ਕੋਈ ਪੱਠਿਆਂ ਨੂੰ ਨਹੀਂ ਜਾਂਦਾ। ਉਸ ਪਿੰਡ ਦੇ ਵਿੱਚ ਇੱਕ ਫੌਜੀ ਆਇਆ ਸੀ, ਛੁੱਟੀ ਦਾ ਰਹਿੰਦੀ ਸੀ, ਪਰ ਸਾਹਿਬ ਦੀ ਚਿੱਠੀ ਆ ਗਈ ਵੀ ਕੱਲ੍ਹ ਨੂੰ ਤੂੰ ਜਾ ਕੇ ਪਹੁੰਚ। ਕਹਿੰਦਾ ਮੇਰੀ ਵਰਦੀ ਬੜੀ ਮੈਲੀ ਆ, ਮੈਂ ਕੀ ਕਰਾਂ? ਇੱਕ ਫੱਟਾ ਧੋਬੀ ਹੁੰਦਾ, ਮੈਂ ਉਹਦੇ ਕੋਲ ਜਾਵਾਂ, ਫਤਿਆ ਵੇ ਮੇਰੀ ਵਰਦੀ ਧੋ ਦੇ। ਉਹ ਕਹਿੰਦਾ ਭਲਿਆ ਮਾਨਸਾ, ਜਿੱਧਰ ਮੇਰਾ ਘਾਟ ਵਾ ਉੱਥੇ ਰਿੜਕੂ ਭੂਤ ਰਹਿੰਦਾ, ਮੈਂ ਤਾਂ ਉੱਧਰ ਨਹੀਂ ਜਾਂਦਾ। ਉਹ ਕਹਿੰਦਾ ਕਦੇ ਭੂਤ ਵੀ ਦੇਖੇ ਆ ਰਫਲ ਮੇਰੇ ਕੋਲ ਆ, ਘੋੜੀ ਮੇਰੇ ਕੋਲ ਆ, ਜਦੋਂ ਮੈਂ ਭੂਤ ਦੇਖੂਗਾ ਮੈਂ ਖਤਮ ਕਰ ਦੂੰਗਾ। ਫਤਿਹ ਦਾ ਹੌਸਲਾ ਬਣ ਗਿਆ, ਕਹਿੰਦਾ ਚਲੋ ਚਲੀਏ। ਘੋੜੀ 'ਤੇ ਬਹਿ ਗਿਆ, ਕਿਨਾਰੇ 'ਤੇ ਘੋੜੀ ਖੜੀ ਕਰ ਦਿੱਤੀ, ਘੋੜੀ ਨੂੰ ਮੋਹਰੇ ਰੱਸਾ ਪਾ ਕੇ ਦਰਖਤ ਨਾਲ ਬੰਨ੍ਹ ਦਿੱਤਾ, ਪਿੱਛੇ ਕੀਲੇ ਕੱਢ ਕੇ ਪਛਾੜੀ ਪਾਤੀ। ਲੈ ਕਹਿੰਦਾ ਧੋ ਕੱਪੜੇ। ਫੌਜੀ ਰਫਲ ਲੈ ਕੇ ਬਹਿ ਗਿਆ। ਜਦੋਂ ਫਤਿਹ ਕੱਪੜੇ ਧੋਂਦਾ ਤਾਂ ਰਿੜਕੂ ਕੀ ਕਰਦਾ? ਫਤਿਹ ਕੱਪੜੇ ਨਹਿਰ ਤੇ ਧੋਵੇ, ਫਤਿਹ ਕੱਪੜੇ ਨਹਿਰ ਤੇ ਧੋਵੇ, ਰਿੜਕੂ ਕਮਾਦੀ ਵਿੱਚ ਰੋਵੇ, ਬੈਠਾ ਰਿੜਕੂ ਕਮਾਦੀ ਵਿੱਚ ਰੋਵੇ। ਕੋਲ ਤਾਏ ਦੇ ਵਜਾਵਾਂ ਇਹਨੂੰ ਹਾਲ ਮੈਂ ਸੜਾਵਾਂ, ਮੇਰੇ ਘਰਦਿਆਂ ਨੂੰ ਸਮਝਾਵੇ ਇਸ ਦਾ ਇਲਾਜ ਕੋਈ ਨਾ। ਉਹ ਮੇਰੇ ਘਰਦਿਆਂ ਨੂੰ ਸਮਝਾਵੇ ਇਸ ਦਾ ਇਲਾਜ ਕੋਈ ਨਾ, ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ ਇਸ ਦਾ ਇਲਾਜ ਕੋਈ ਨਾ। ਫਤਿਹ ਕੱਪੜੇ ਨਹਿਰ ਤੇ ਧੋਵੇ, ਬੈਠਾ ਰਿੜਕੂ ਕਮਾਦੀ ਵਿੱਚ ਰੋਵੇ। ਕੋਲ ਤਾਏ ਦੇ ਮੈਂ ਜਾਵਾਂ ਨੂੰ ਹਾਲ ਮੈਂ ਸੁਣਾਵਾਂ, ਮੇਰੇ ਘਰਦਿਆਂ ਨੂੰ ਸਮਝਾਵੇ। ਉਹ ਕਹਿੰਦਾ ਫੌਜੀ ਉਹਦੇ ਰਿੜਕੂ ਆ ਗਿਆ। ਉਹ ਕਹਿੰਦਾ ਦੇਖ ਲਿਆ ਜੀ, ਕੱਪੜੇ ਸਿੱਟੇ ਨਹਿਰ ਦੇ ਵਿੱਚ, ਤਾਰ ਫੌਜੀ ਦੀ ਰਫਲ ਵੀ ਥੱਲੇ ਡਿੱਗ ਪਈ। ਕਾਰਿਆ ਕਹਿੰਦਾ ਘੋੜੀ ਕੋਲ ਨੂੰ, ਮੂਹਰੇ ਫੌਜੀ ਬਹਿ ਗਿਆ, ਪਿੱਛੇ ਫਤਿਹ ਬਹਿ ਗਿਆ ਜੀ। ਘੋੜੀ ਨੇ ਅੱਡੀ ਮਾਰੀ, ਫੌਜੀ ਨੇ ਘੋੜੀ ਨੇ 2 ਕੀਲੇ ਪਟਾ ਲਏ, ਮੂਹਰੇ ਰੱਸਾ ਖੋਲ ਲਿਆ। ਹੁਣ ਘੋੜੀ ਨੱਠੀ ਜਾਂਦੀ ਆ, ਦੋਹਾਂ ਦੇ ਪਟਕ ਕੀਲੇ ਲੱਗਦੇ ਉੱਲਰ ਕੇ। ਉਹ ਕਹਿੰਦਾ ਦੇਖੋ ਭੂਤ ਨੇ ਸਾਨੂੰ ਬੱਖੀਆਂ ਪਾੜਤੀਆਂ, ਸਾਡੇ ਸਿਰ ਪਾੜ ਦਿੱਤਾ। ਉਹ ਫਤਿਹ ਕਹਿੰਦਾ ਮੇਰਾ ਬਾਰੇ ਵਿੱਚ ਸੋਚ, ਮੇਰਾ ਸਿਰ ਪਾੜਤਾ। ਜਦੋਂ ਪਿੰਡ ਦਾ ਨੇੜਾ ਆਇਆ ਤਾਂ ਘੋੜੀ ਨੇ ਰਫ਼ਤਾਰ ਹੌਲੀ ਕਰ ਲਈ। ਲੈ ਕਹਿੰਦਾ ਦੇਖਿਆ, ਹੁਣ ਘੋੜੀ ਨੇ ਰਫ਼ਤਾਰ ਤਾਂ ਹੌਲੀ ਕੀਤੀ ਆ, ਭੂਤ ਮੁੜ ਗਿਆ ਪਿੱਛੇ ਨੂੰ। ਕਿਸੇ ਨੇ ਜਾਣ ਪਛਾਣ ਨਹੀਂ ਕੀਤੀ। ਫਤਿਹ ਵੀ ਦਾਖਲ ਕਰਾਇਆ, ਫੌਜੀ ਵੀ ਦਾਖਲ ਕਰਾਇਆ। ਪਿੰਡ ਵਿੱਚ ਦਹਿਰ ਪੈ ਗਿਆ। ਉਸ ਪਿੰਡ ਵਿੱਚ ਇੱਕ ਛਿੰਝ ਘੁਲਣੀ ਸੀ, ਕਿਤੇ ਪਹਿਲਵਾਨ ਚੱਲੇ ਆਉਂਦਾ ਤਾਂ ਰਿੜਕੂ ਗੰਨੇ ਚੁੱਕ ਕੇ ਗੁਜ਼ਾਰਾ ਕਰਦਾ। ਉਹ ਕਹਿੰਦਾ ਰਿੜਕੂ ਤੈਨੂੰ ਕੀ ਹੋ ਗਿਆ? ਕਹਿੰਦਾ ਯਾਰ ਪਿੰਡ ਨੇ ਮੈਨੂੰ ਭੂਤ ਬਣਾਤਾ, ਮੈਂ ਅਸਲੀ ਰਿੜਕੂ ਆ। ਕਹਿੰਦਾ ਬੈਠ ਮੇਰੀ ਘੋੜੀ ਉੱਤੇ। ਰਿੜਕੂ ਨੂੰ ਪਤਾ ਨਾ ਸੀ ਇਹ ਪਿੰਡ ਰੌਲਾ ਵੀ ਪਿਆ ਆ। ਕਹਿੰਦਾ ਲੰਬੜਦਾਰ ਜੀ ਛਿੰਝ ਕਿੰਨੇ ਵਜੇ ਘੁਲਣੀ ਆ? ਉਹ ਕਹਿੰਦਾ ਲੱਗਦੇ ਆ ਛਿੰਝ ਦੇ ਆ, ਸਾਨੂੰ ਮੇਲੇ ਸੋਚਦੇ ਆ ਜਿਹੜੀ ਬਲਾ ਬਿਠਾੜ ਕੇ ਲਿਆ ਛੱਡ ਗਿਆ। ਕੋਲ ਦਰਵਾਜ਼ਾ ਖੁੱਲ੍ਹਾ ਸੀ, ਕਮਰੇ ਵਿੱਚ ਰਿੜਕੂ ਭੂਤ ਹੋ ਵੜਦਾ। ਕਹਿੰਦਾ ਚੰਗਾ ਹੋਇਆ ਹੋੜ ਲਿਆ। ਬੁੜੀਆਂ ਕਹਿੰਦੀਆਂ ਜਾਇਓ ਨਾ, ਇਹਦਾ ਕਿਆ ਪਤਾ ਕਿਤੇ ਤਾਕੀਦਾ ਤੇ ਨਾ ਨਿਕਲ ਆਵੇ। ਪਿੰਡ ਵਿੱਚ ਰੌਲਾ ਪੈ ਗਿਆ ਵੀ ਰਿੜਕੂ ਭੂਤ ਹੋ ਵੜ ਲਿਆ। ਉਸ ਛਿੰਝ ਉੱਤੇ ਕਿਤੇ ਢਿੜਕੂ ਵੀ ਆ ਗਿਆ। ਪਿੰਡ ਦੇ ਕਹਿੰਦੇ ਚੰਗਾ ਹੋ ਗਿਆ ਤੂੰ ਆ ਗਿਆ, ਇਹ ਰਿੜਕੂ ਨੇ ਸਾਡਾ ਪਿੰਡ ਤਲਵਾਇਆ ਪਿਆ। ਉਹ ਕਹਿੰਦਾ ਮੇਰੇ 'ਤੇ ਗਲਤੀ ਨਾਲ ਚਿੱਠੀ ਪਾਈ ਏ, ਇਹ ਅਸਲੀ ਰਿੜਕੂ ਆ, ਚਲੋ ਆਪਾਂ ਚਲੀਏ। ਇਹ ਇਕੱਠੇ ਹੋ ਕੇ ਸਾਰੇ ਰਿੜਕੂ ਨੂੰ ਕੱਢਦੇ ਆ। ਕਿੱਦਾਂ ਸ਼ਹਿਰ ਦੇ ਵਿੱਚ ਖੁਸ਼ੀਆਂ ਹੁੰਦੀਆਂ। ਜਦੋਂ ਰਿੜਕੂ ਨੇ ਦੱਸੀਆਂ ਕਹਾਣੀਆਂ, ਜਦੋਂ ਰਿੜਕੂ ਨੇ ਦੱਸੀਆਂ ਕਹਾਣੀਆਂ, ਇਕੱਠੇ ਹੋ ਕੇ ਸਭ ਮਰਦ ਜਨਾਨੀਆਂ। ਕੋਲ ਰਿੜਕੂ ਦੀ ਆਉਂਦੇ ਸਾਰੇ ਖੁਸ਼ੀਆਂ ਮਨਾਉਂਦੇ, ਗੀਤ ਖੁਸ਼ੀ ਦੇ ਮਲੂਕ ਚੰਦ ਗਾਵੇ ਇਸ ਦਾ ਇਲਾਜ ਕੋਈ ਨਾ। ਉਹ ਗੀਤ ਖੁਸ਼ੀ ਦੇ ਮਲੂਕ ਚੰਦ ਗਾਵੇ ਇਸ ਦਾ ਇਲਾਜ ਕੋਈ ਨਾ, ਭੂਤ ਭਰਮ ਜਿਨ੍ਹਾਂ ਨੂੰ ਲੱਗ ਜਾਵੇ ਇਸ ਦਾ ਇਲਾਜ ਕੋਈ ਨਾ। ਮੇਰੇ ਨਾਲ ਜੁੜੇ ਨੇ ਵਿਜੇ ਭਾਟੀਆ ਜੀ, ਵਿਜੇ ਭਾਟੀਆ ਦੇ ਲੜਕੇ ਰਵੀ ਭਾਟੀਆ ਜੀ, ਤੇ ਉਹ ਮਲੂਕ ਚੰਦ ਜਾੜਲੇ ਦੀ ਵਿਰਾਸਤ ਦੇ ਰੌਸ਼ਨ ਚਿਰਾਗ ਨੇ। ਤਾਂ ਮੈਂ ਉਹਨਾਂ ਨੂੰ ਦਰਖਾਸਤ ਕਰਦਾ ਕਿ ਉਹ ਆਪਣੇ ਮਖਾਰਬੰਦ ਤੋਂ ਸਾਡੇ ਦਰਸ਼ਕਾਂ ਦੇ 2-4 ਮਿੰਟ ਲਈ ਰੂਬਰੂ ਹੋਣ। ਡੇਲੀ ਲੋਕ ਆਵਾਜ਼ ਚੈਨਲ ਨੂੰ ਵੇਖ ਰਹੀਆਂ ਜਿੰਨੀਆਂ ਵੀ ਸ਼ਖਸੀਅਤਾਂ ਨੇ, ਉਹ ਵਿਸ਼ਵ ਭਰ ਦੇ ਵਿੱਚ ਤੁਸੀਂ ਬੈਠੇ ਹੋ, ਕਿਸੇ ਵੀ ਦੇਸ਼ ਦੇ ਵਿੱਚ ਬੈਠ ਕੇ ਇਸ ਚੈਨਲ ਨੂੰ ਦੇਖ ਰਹੇ ਹੋ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਜੈ ਗੁਰਦੇਵ, ਧੰਨ ਗੁਰਦੇਵ, ਸਤਿ ਸ਼੍ਰੀ ਅਕਾਲ, ਜੈ ਭੀਮ, ਜੈ ਭਾਰਤ। ਮੈਂ ਸਭ ਤੋਂ ਪਹਿਲਾਂ ਤਾਂ ਦਿਲੋਂ ਜੀ ਆਇਆਂ ਨੂੰ ਕਹਿਣਾ। ਡੇਲੀ ਲੋਕ ਆਵਾਜ਼ ਟੀਮ, ਸਾਡੇ ਬਹੁਤ ਹੀ ਵੱਡੇ ਸਤਿਕਾਰਯੋਗ ਵੀਰ ਪੰਮੀ ਲਾਲੋ ਮਜਾਰਾ ਜੀ ਔਰ ਉਹਨਾਂ ਦੇ ਨਾਲ ਕਰਿਊ ਦੇ ਜਿੰਨੇ ਮੈਂਬਰ ਆਏ ਨੇ, ਤੁਹਾਡਾ ਸਾਡੀ ਇਸ ਨਗਰੀ ਦੇ ਵਿੱਚ ਤੇ ਸਾਡੇ ਇਸ ਗ੍ਰਹਿ ਦੇ ਵਿੱਚ, ਸਾਡੇ ਦੌਲਤਖਾਨੇ ਦੇ ਵਿੱਚ ਨਿੱਘਾ ਜੀ ਆਇਆਂ। ਔਰ ਦਾਦਾ ਜੀ ਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਾਂਗਾ, ਕਿਉਂਕਿ ਤੁਸੀਂ ਆਲਰੇਡੀ ਮੇਰੇ ਸਤਿਕਾਰਯੋਗ ਦਾਦਾ ਜੀ ਰਿਟਾਇਰਡ ਇੰਸਪੈਕਟਰ ਸ਼੍ਰੀ ਹੁਕਮਚੰਦ ਭਾਟੀਆ ਸਾਹਿਬ, ਸਾਡੇ ਦਾਦਾ ਜੀ ਉਹਨਾਂ ਦੇ ਸਭ ਤੋਂ ਛੋਟੇ ਭਾਈ, ਔਰ ਮੇਰੇ ਪਿਤਾ ਸਮਾਨ ਸਾਡੇ ਚਾਚਾ ਜੀ ਹੁਣੀ ਸ਼੍ਰੀ ਪ੍ਰੇਮਪਾਲ ਭਾਟੀਆ ਸਾਹਿਬ ਦੇ ਕੋਲੋਂ, ਜਿਹੜੇ ਇਸ ਵੇਲੇ ਡੇਰੇਦਾਰ ਨੇ ਮਾਸਟਰ ਮਲੂਕ ਚੰਦ ਕਲਾ ਮੰਚ ਦੇ, ਇਹਨਾਂ ਦੇ ਕੋਲੋਂ ਬਹੁਤ ਕੁਝ ਜਾਣ ਚੁੱਕੇ ਹੋ।
ਪਰ ਹਜੇ ਵੀ ਕੁਝ ਅਜਿਹੇ ਪੱਖ ਨੇ ਜਿਹੜੇ ਅਣਛੂਹੇ ਰਹਿ ਗਏ ਨੇ। ਤੇ ਦਾਦਾ ਜੀ ਹੁਣਾਂ ਦੇ ਬਾਰੇ ਪੰਮੀ ਭਾਜੀ ਨੇ ਇੱਕ ਸਵਾਲ ਕੀਤਾ ਸੀ ਬਈ ਮੌਕੇ ਦੀ ਸਰਕਾਰ ਦੇ ਕੋਲੋਂ ਤੁਸੀਂ ਕੀ ਮੰਗ ਰੱਖਦੇ ਹੋ ਜਾਂ ਕੀ ਤੁਹਾਡੀ ਆਸ ਸੀ। ਤੇ ਬੜੇ ਅਫਸੋਸ ਦੇ ਨਾਲ ਕਹਿ ਰਿਹਾ ਮੈਂ ਕਿ ਸਾਹਿਤਕਾਰ ਜੋ ਹੁੰਦੇ ਨੇ ਇਹ ਪੂਰੀ ਵਿਰਾਸਤ ਹੁੰਦੀ ਹੈ ਪੂਰੇ ਰਾਜ ਦੀ, ਪੂਰੇ ਦੇਸ਼ ਦੀ। ਔਰ ਮਾਸਟਰ ਮਲੂਕ ਚੰਦ ਜੀ ਦੇ ਵੱਲੋਂ ਲਿਖੀਆਂ ਗਈਆਂ ਰਚਨਾਵਾਂ, ਉਹਨਾਂ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਹਰਫ ਜਿਹੜਾ ਉਹ ਬੜਾ ਤੋਲਮਾ ਸੀ, ਬੜਾ ਪਾਏਦਾਰ ਲਿਖਦੇ ਸੀਗੇ। ਔਰ ਉਸ ਮੌਕੇ ਦੇ ਬੜੇ MLAs ਔਰ MPs ਉਹਨਾਂ ਦੇ ਨਾਲ ਮਿਲਦੇ ਗਿਲਦੇ ਵੀ ਸੀਗੇ। ਪਰ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਸਮਾਜ ਦੇ ਬੁੱਧੀਜੀਵੀ, ਸਮਾਜ ਦੇ ਸਾਧੂ ਸੰਪਰਦਾਇ ਵੱਲੋਂ ਜਾਂ ਸਮਾਜ ਦੀਆਂ ਵੱਖ-ਵੱਖ ਜਿਹੜੀਆਂ ਕਮੇਟੀਆਂ ਗਠਿਤ ਕੀਤੀਆਂ ਨੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਦੇ ਵਾਸਤੇ, ਉਹਨਾਂ ਦੇ ਵੱਲੋਂ ਮਾਸਟਰ ਜੀ ਦੇ ਜਾਣ ਤੋਂ ਬਾਅਦ ਵਿੱਚ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਜਾਂ ਉਹਨਾਂ ਦੀ ਯਾਦ ਦੇ ਵਿੱਚ ਕੋਈ ਮੇਲਾ ਕਰਵਾਉਣਾ, ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਕੋਈ ਜਾਂ ਜ਼ਿਲ੍ਹੇ ਦੇ ਵਿੱਚ ਸਮਾਰਕ ਬਣਾਉਣੀ, ਅਜਿਹਾ ਕੋਈ ਸ਼ਲਾਘਾਯੋਗ ਕਦਮ ਨਹੀਂ ਚੁੱਕਿਆ ਗਿਆ। ਉਹਦੇ ਵਿੱਚ ਮੈਂ ਸਾਰਿਆਂ ਦੇ ਸਾਹਮਣੇ ਇਹ ਵੀ ਕਬੂਲ ਕਰਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਪਰਿਵਾਰ ਦੀ ਵੀ ਬੜੀ ਵੱਡੀ ਨਾਕਾਮੀ ਰਹੀ ਆ। ਅਸੀਂ ਸਮੇਂ ਸਿਰ ਉਸ ਪੱਖ ਨੂੰ ਨਹੀਂ ਛੂ ਸਕੇ ਜਾਂ ਉਸ ਢੰਗ ਦੇ ਨਾਲ ਜਿਹੜੇ ਢੰਗ ਨਾਲ ਗੌਰ ਕਰਨੀ ਚਾਹੀਦੀ ਸੀ ਅਸੀਂ ਨਹੀਂ ਕਰ ਸਕੇ। ਪਰ ਫਿਲਹਾਲ ਬਹਰਹਾਲ ਹਜੇ ਵੀ ਬਹੁਤ ਸਾਰੇ ਚਹੇਤੇ ਪੂਰੇ ਵਿਸ਼ਵ ਭਰ ਦੇ ਵਿੱਚ ਬੈਠੇ ਨੇ, ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਬਜ਼ੁਰਗਾਂ ਦਾ ਬੀਜਿਆ ਬਹੁਤ ਦੁਨੀਆ ਦੇ ਵਿੱਚ ਖਿਲਾਰਿਆ ਹੋਇਆ ਹੈ। ਔਰ ਉਹੀ ਵੱਢ ਕੇ ਅੱਜ ਆਪਣਾ ਪਰਿਵਾਰ ਗੁਜ਼ਰ ਕਰ ਰਹੇ ਹਾਂ। ਬੜੇ ਉਹਨਾਂ ਦੇ ਚਾਹਣ ਵਾਲੀ ਮਿਲਦੇ ਨੇ ਤੇ ਹਜੇ ਵੀ ਜੇ ਉਹਨਾਂ ਦੀ ਯਾਦ ਦੇ ਵਿੱਚ ਕੁਝ ਨਾ ਕੁਝ ਕੋਸ਼ਿਸ਼ ਕੀਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਇੱਕ ਪੰਮੀ ਭਾਜੀ ਉਹਨਾਂ ਨੇ ਸਵਾਲ ਕੀਤਾ ਸੀ ਵੀ ਉਹਨਾਂ ਦੀ ਲਿਖਤ ਜਿਹੜੇ ਕਿੱਸੇ ਸੀ ਉਸ ਸਮੇਂ ਕਿੱਸੇ ਛਪਵਾਇਆ ਕਰਦੇ ਸਨ। ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਲਗਭਗ 10 ਸਾਲ ਪਹਿਲਾਂ, 10 ਸਾਲ ਤੋਂ 12 ਸਾਲ ਪਹਿਲਾਂ ਉਹਨਾਂ ਦੇ ਛੋਟੇ ਸਪੁੱਤਰ ਮੇਰੇ ਸਤਿਕਾਰਯੋਗ ਚਾਚਾ ਜੀ ਸ਼੍ਰੀ ਜਗਪਾਲ ਭਾਟੀਆ ਜੀ, ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭਾਵ ਮਾਸਟਰ ਮਲੂਕ ਚੰਦ ਜੀ ਨੂੰ ਸਮਰਪਿਤ ਇੱਕ ਬੁੱਕ ਰਿਲੀਜ਼ ਕੀਤੀ ਸੀ, ਜਿਹਦੇ ਵਿੱਚ ਮਾਸਟਰ ਮਲੂਕ ਚੰਦ ਜੀ ਦੇ ਭਜਨ ਤਾਂ ਨਹੀਂ ਸਨ ਪਰ ਉਹਨਾਂ ਨੇ ਲਿਖੀਆਂ ਹੋਈਆਂ ਕਵਿਤਾਵਾਂ, ਉਹਨਾਂ ਦੇ ਲਿਖੀਆਂ ਹੋਈਆਂ ਰਚਨਾਵਾਂ ਉਹ ਇਸ ਬੁੱਕ ਦੇ ਵਿੱਚ ਸਾਰੀਆਂ ਦਰਜ ਨੇ। ਇਹਦਾ ਟਾਈਟਲ ਹੈ ਦੁਨੀਆ 4 ਦਿਨਾਂ ਦਾ ਮੇਲਾ, ਜਿਹੜੇ ਤੁਸੀਂ ਵਿਊਅਰਸ ਦੇਖ ਰਹੇ ਨੇ। ਔਰ ਇਹਦੇ ਵਿੱਚ ਲਗਭਗ ਮਾਸਟਰ ਮਲੂਕ ਚੰਦ ਜੀ ਉਹਨਾਂ ਦੀ ਪੂਰੀ ਜੀਵਨੀ ਦੇ ਵਿੱਚ ਜੋ ਉਹਨਾਂ ਵੱਲੋਂ ਮਨੁੱਖਤਾ ਨੂੰ ਸਾਂਝ ਦੇਣ ਦੇ ਵਾਸਤੇ, ਨਸ਼ਿਆਂ ਦੇ ਪ੍ਰਤੀ, ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਪ੍ਰਤੀ ਜਾਂ ਸਮਾਜ ਦੇ ਪ੍ਰਤੀ ਵੱਖ-ਵੱਖ ਢੰਗ ਦੀਆਂ ਧਾਰਮਿਕ ਅਤੇ ਸਮਾਜਿਕ ਕਵਿਤਾਵਾਂ ਲਿਖੀਆਂ ਹੋਈਆਂ ਨੇ। ਉਹਨਾਂ ਦੇ ਵਿੱਚੋਂ ਇੱਕ ਤੁਹਾਡੇ ਨਾਲ ਮੈਂ ਰੰਗ ਸਾਂਝਾ ਕਰਦਾ ਬਈ ਜੋ ਮੌਕੇ ਦੀ ਗੱਲ ਹੈ ਕਿ ਸੁਣੀ ਮੇਰੀ ਗੱਲ ਮੇਰੇ ਦੇਸ਼ ਦੇ ਮਜ਼ਦੂਰਾ, ਤੇਰੀ ਤਾਂ ਆਜ਼ਾਦੀ ਕੋਈ ਹੋਰ ਖੋਹ ਕੇ ਲੈ ਗਿਆ। ਸਾਡਾ ਦੇਸ਼ ਭਾਵੇਂ ਕਾਗਜ਼ਾਂ ਦੇ ਵਿੱਚ ਆਜ਼ਾਦ ਹੈ, ਅਸੀਂ ਆਜ਼ਾਦ ਭਾਰਤ ਦੇ ਵਸਿੰਦੇ ਹਾਂ, ਪਰ ਅਸੀਂ ਕਿਤੇ ਨਾ ਕਿਤੇ ਗੁਲਾਮ ਹਾਂ, ਕਿਉਂਕਿ ਸਾਡਾ ਸੰਵਿਧਾਨ ਜਿਹਦੀ ਆੜ ਦੇ ਵਿੱਚ ਆਪਾਂ ਇਹ ਇਨਸਾਨੀ ਜ਼ਿੰਦਗੀ ਜੀ ਰਹੇ ਹਾਂ ਉਹ ਸਹੀ ਢੰਗ ਦੇ ਨਾਲ ਸਰਕਾਰਾਂ ਇੰਪਲੀਮੈਂਟ ਉਹਨੂੰ ਲਾਗੂ ਨਹੀਂ ਕਰ ਰਹੀਆਂ। ਉਸੇ ਪ੍ਰਥਾਏ ਬਾਬਾ ਜੀ ਨੇ ਲਿਖਿਆ ਹੈ ਕਿ ਸੁਣੀ ਮੇਰੀ ਗੱਲ ਮੇਰੇ ਦੇਸ਼ ਦੇ ਮਜ਼ਦੂਰਾ, ਤੇਰੀ ਤਾਂ ਆਜ਼ਾਦੀ ਕੋਈ ਹੋਰ ਖੋਹ ਕੇ ਲੈ ਗਿਆ। ਰਹਿਣਾ ਬਹਿਣਾ ਖਾਣਾ ਪੀਣਾ ਪਿੰਡਾਂ ਵਿੱਚ ਤੇਜ਼ੀ ਆਈ, ਤੂੰ ਤਾਂ ਯਾਰਾ ਜਿੱਥੇ ਸੀਗਾ ਉੱਥੇ ਜੋਗਾ ਰਹਿ ਗਿਆ। ਕਿਸੇ ਕਾਰਖਾਨੇ ਲਾਏ ਕਿਸੇ ਨੇ ਮੁਰੱਬਾ ਲਿਆ, ਕੋਈ ਤਾਂ ਦੁਕਾਨ ਪਾ ਕੇ ਸ਼ਹਿਰ ਜਾ ਕੇ ਬਹਿ ਗਿਆ। ਕੋਈ ਪੀਵੇ ਜੂਸ, ਕੋਈ ਫਲ ਤੇ ਫਰੂਟ ਖਾਂਦਾ, ਤੇਰਾ ਤਾਂ ਸਵਾਲ ਇੱਕ ਰੋਟੀ ਜੋਗਾ ਰਹਿ ਗਿਆ। ਸੁਣੀ ਮੇਰੀ ਗੱਲ ਮੇਰੇ ਦੇਸ਼ ਦੇ ਮਜ਼ਦੂਰਾ, ਤੇਰੀ ਤਾਂ ਆਜ਼ਾਦੀ ਕੋਈ ਹੋਰ ਖੋਹ ਕੇ ਲੈ ਗਿਆ। ਅਜਿਹੀਆਂ ਹਜ਼ਾਰਾਂ ਉਹਨਾਂ ਦੀਆਂ ਰਚਨਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਸੰਗ੍ਰਹਿ ਜੋ ਲੋਕ ਅਰਪਿਤ ਕੀਤਾ ਹੈ। ਔਰ ਕੋਸ਼ਿਸ਼ ਕਰ ਰਹੇ ਹਾਂ ਬਈ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਕਾਫੀ ਅੱਛੇ ਦਿਨ ਸਾਡੀ ਫੈਮਿਲੀ ਵੀ ਮਾਣ ਰਹੀ ਹੈ ਔਰ ਆਉਣੇ ਵਾਲੇ ਕੁਝ ਇਨ ਸ਼ਾਰਟ ਪੀਰੀਅਡ ਅਸੀਂ ਉਹਨਾਂ ਦੇ ਲਿਖੇ ਹੋਏ ਭਜਨ ਨੇ ਜੋ ਇੱਕ ਕਿੱਸੇ ਦੇ ਰੂਪ ਦੇ ਵਿੱਚ ਲੋਕ ਅਰਪਿਤ ਕਰਾਂਗੇ। ਔਰ ਗੁਜ਼ਾਰਿਸ਼ ਕਰਦਾ ਮੈਂ ਜਿੱਥੇ ਵੀ ਤੁਸੀਂ ਵਿਦੇਸ਼ ਦੇ ਵਿੱਚ ਬੈਠ ਕੇ ਦੇਖ ਰਹੇ ਹੋ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਾਕੀ ਜੋ ਦਾਦਾ ਜੀ ਉਹਨਾਂ ਦੀ ਜ਼ਿੰਦਗੀ ਦੇ ਪੱਖ ਅਣਛੂਹੇ ਰਹਿ ਗਏ ਨੇ ਉਹ ਕਦੀ ਫਿਰ ਮੌਕਾ ਮਿਲਿਆ ਤਾਂ ਫਿਰ ਤੁਹਾਡੇ ਰੂਬਰੂ ਹੋਵਾਂਗੇ। ਔਰ ਇੱਕ ਵਾਰ ਫਿਰ ਤੋਂ ਡੇਲੀ ਲੋਕ ਆਵਾਜ਼ ਟੀਮ ਦੇ ਵੱਲੋਂ ਔਰ ਸਾਡੇ ਵੱਲੋਂ ਸਾਰੀ ਵੀਡੀਓ ਦੇਖਣ ਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਹਰ ਇੱਕ ਜਨ ਤੱਕ ਪਹੁੰਚਾਓ ਤਾਂ ਕਿ ਸਾਡੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਇਹ ਜੋ ਅਸੀਂ ਅੱਜ ਆਜ਼ਾਦੀ ਮਾਣ ਰਹੇ ਹਾਂ ਇਹ ਸਾਡੇ ਬਜ਼ੁਰਗਾਂ ਨੇ ਕਿੰਨੀ ਘਾਲਣਾ ਘਾਲੀ। ਪੰਮੀ ਲਾਲੋ ਮਜਾਰਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੈ ਰੌਣਕ ਦੋ ਕੜੀਆਂ ਜਾਣਾ ਵਿਛੜ ਪਰਾਵੋ ਮੇਲਾ, ਹੈ ਰੌਣਕ ਦੋ ਕੜੀਆਂ ਜਾਣਾ ਵਿਛੜ ਪਰਾਵੋ ਮੇਲਾ, ਹੈ ਰੌਣਕ ਦੋ ਕੜੀਆਂ ਜਾਣਾ ਵਿਛੜ ਪਰਾਵੋ ਮੇਲਾ, ਹੈ ਰੌਣਕ ਦੋ ਕੜੀਆਂ ਜਾਣਾ
ਵਿਛੜ ਪਰਾਵੋ ਮੇਲਾ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਮਾਰੀ ਸਿਰ ਤੁਰ ਜਾਣਾ ਇਥੋਂ ਹਾੜੀ ਤੇ ਕੋਈ ਸੋਣੀ ਮਾਰੀ ਸਿਰ ਤੁਰ ਜਾਣਾ ਇਥੋਂ ਹਾੜੀ ਤੇ ਕੋਈ ਸੋਣੀ ਪਰ ਸਿਆਲਾਂ ਪੇਕਿਆਂ ਦੇ ਆ ਗਈ ਜਿੰਦੜੀ ਪਰੌਣੀ ਸਾਲਾ ਪੇਕਿਆਂ ਦੇ ਆ ਗਈ ਜਿੰਦੜੀ ਹੀਰ ਪਰਾਉਣੀ ਮੱਖਣਾ ਨਾਲ ਪਲਿਆ ਓਏ ਮੱਖਣਾ ਨਾਲ ਪਲਿਆ ਓਏ ਗਾਂਜਾ ਤੁਰ ਜਾਣਾ ਅਲਵੇਲਾ ਐ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਐ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਮਿੱਟੀ ਵਿੱਚ ਰੁਲ ਜਾਣੀ ਸੂਰਤ ਸੋਹਣੀ ਤੇ ਮਨਮੋਹਣੀ 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 ਦੁਨੀਆ ਵਿੱਚ ਘੁੰਮਦੇ ਨੂੰ ਇੱਕ ਦਿਨ ਚੱਕ ਲੋ ਹੋਣੀ ਦੁਨੀਆ ਵਿੱਚ ਘੁੰਮਦੇ ਨੂੰ ਇੱਕ ਦਿਨ ਚਗਲਾ ਹੋਣੀ ਸਭ ਕਰਦੇ ਆ ਕੰਮਾਂ ਤੇ ਸਭ ਕਰਦੇ ਆ ਕੰਮਾਂ ਤੇ ਪੰਛੀਆ ਹੋ ਬੈਠੇਗਾ ਵੇਲਾ ਐ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਐ ਰੌਣਕ ਦੋ ਘੜੀਆਂ ਜਾਣਾ ਵਿਛੜ ਪਰਾਵੋ ਮੇਲਾ ਹੋ ਜਾਣਾ ਵਿਛੜ ਪਰਾਵੋ ਮੇਲਾ